ਹਸਤ ਖੇਲਤ ਤੇਰੇ ਦਿਉਰੇ ਆਇਆ। ਭਾਗ 26ਵਾਂ। ਇੱਥੇ 26ਵੇਂ ਭਾਗ ਤੋਂ ਅੱਗੇ ਆਪਾਂ ਗੁਰਬਾਣੀ ਦੇ ਵਿੱਚੋਂ ਉਹ ਸ਼ਬਦ ਉਹ ਪੰਕਤੀਆਂ ਲਵਾਂਗੇ ਜਿਨ੍ਹਾਂ ਦੇ ਵਿੱਚ ਦੂਜੇ ਪਖੰਡੀ ਲੋਕਾਂ 'ਤੇ ਅੰਧ ਵਿਸ਼ਵਾਸੀ ਲੋਕਾਂ 'ਤੇ ਜਾਂ ਜਿਹੜੇ ਕਿ ਧਰਮ ਨੂੰ ਇੱਕ ਮਜ਼ਾਕ ਬਣਾਇਆ ਹੋਇਆ ਉਹਨਾਂ ਲੋਕਾਂ 'ਤੇ ਗੁਰਬਾਣੀ ਰਾਹੀਂ ਭਗਤ ਸਾਹਿਬਾਨਾਂ ਨੇ, ਬਾਣੀ ਰਚੇਤਾ ਮਹਾਂਪੁਰਖਾਂ ਨੇ, ਗੁਰੂ ਸਾਹਿਬਾਨਾਂ ਨੇ ਬਹੁਤ ਕਰਾਰੇ ਵਿਅੰਗ ਕੀਤੇ ਨੇ। ਪਹਿਲਾਂ ਆਪਾਂ ਸਾਖੀਆਂ 'ਤੇ ਵਿਅੰਗ ਜੋ ਕੀਤੇ ਜਾ ਸਕਦੇ ਸਨ ਉਹ ਸੰਖੇਪ ਰੂਪ 'ਚ ਕੀਤੇ ਨੇ ਅਤੇ ਹੋਰ ਅਜੇ ਭਾਵੇਂ ਬਹੁਤ ਕੁਝ ਬਾਕੀ ਪਿਆ, ਪਰ ਆਪਾਂ ਲਗਾਤਾਰ ਇਸ ਤਰ੍ਹਾਂ ਅੱਗੇ ਵੱਧਦੇ ਆਪਣਾ ਮਾਨਸਿਕ ਵਿਕਾਸ ਕਰਨਾ ਹੈ ਕਿ ਗੁਰਬਾਣੀ ਸਾਨੂੰ ਪੱਥਰ ਨਹੀਂ ਬਣਾਉਂਦੀ, ਸੋਚਣ ਵਾਸਤੇ ਤਿਆਰ ਕਰਦੀ ਹੈ, ਅਕਲਮੰਦ ਬਣਾਉਂਦੀ ਹੈ। ਕਿਉਂਕਿ ਉਹਨਾਂ ਜ਼ਮਾਨਿਆਂ 'ਚ ਕੋਈ ਸਕੂਲ, ਕੋਈ ਕਾਲਜ, ਕੋਈ ਹੋਰ ਢੰਗ ਤਰੀਕਾ ਵਿੱਦਿਆ ਲੈਣ ਦਾ ਨਹੀਂ ਸੀ। ਦੁਨੀਆ ਦੇ ਵਿੱਚ ਜਿੰਨੇ ਵੀ ਧਰਮ ਮੁਖੀ ਹੋਏ ਨੇ ਉਹਨਾਂ ਨੇ ਆਪੋ ਆਪਣੀ ਬੁੱਧੀ ਦੇ ਮੁਤਾਬਕ ਧਰਮ ਪੋਥੀਆਂ ਲਿਖੀਆਂ ਜਾਂ ਲਿਖਵਾਈਆਂ ਅਤੇ ਉਹਨਾਂ ਦੇ ਰਾਹੀਂ ਆਪਣੇ ਲੋਕਾਂ ਨੂੰ ਗਿਆਨ ਵੰਡਣ ਦਾ ਉਪਰਾਲਾ ਕੀਤਾ। ਜਿਨ੍ਹਾਂ ਲੋਕਾਂ ਨੇ ਉਸ ਵਿੱਦਿਆ ਨੂੰ ਪੜ੍ਹਿਆ ਉਹ ਕੁਝ ਹੱਦ ਤੱਕ ਬਾਕੀਆਂ ਨਾਲੋਂ ਅੱਗੇ ਵੱਧ ਗਏ ਅਤੇ ਸਾਡੇ ਕੋਲੇ ਤਾਂ ਗੁਰੂ ਗ੍ਰੰਥ ਸਾਹਿਬ ਵਰਗੀ ਮਹਾਨ ਵਿੱਦਿਆ ਜਿਹੜੀ ਕਿ ਵਿਗਿਆਨਕ ਨਜ਼ਰੀਏ 'ਤੇ ਵੀ ਖਰੀ ਉਤਰਦੀ ਹੈ ਉਹਨੂੰ ਸਾਡੇ ਸਾਹਮਣੇ ਰੱਖਿਆ ਹੋਇਆ ਗੁਰੂ ਸਾਹਿਬ ਵੱਲੋਂ, ਅਤੇ ਅਸੀਂ ਉਹਨੂੰ ਮੱਥੇ ਬਹੁਤ ਟੇਕਦੇ ਹਾਂ, ਪੂਜਾ ਬਹੁਤ ਕਰਦੇ ਹਾਂ, ਮੁਰਾਦਾਂ ਬਹੁਤ ਮੰਗਦੇ ਹਾਂ, ਅਖੰਡ ਪਾਠ ਕੋਤਰੀਆਂ ਬਹੁਤ ਕਰਾਉਂਦੇ ਹਾਂ ਅਤੇ ਉਹਨੂੰ ਚੁੱਕ ਕੇ ਤਰ੍ਹਾਂ ਤਰ੍ਹਾਂ ਦੀਆਂ ਥਾਵਾਂ 'ਤੇ ਲੈ ਕੇ ਜਾਂਦੇ ਹਾਂ ਅਤੇ ਮਾਇਆ ਇਕੱਠੀ ਕਰਦੇ ਹਾਂ ਅਤੇ ਅੰਧ ਵਿਸ਼ਵਾਸ ਦੇ ਵਿੱਚ ਗਰਕ ਹੋ ਜਾਂਦੇ ਹਾਂ। ਬਹੁਤ ਸਾਰੇ ਲੋਕ ਆਪਣੇ ਮਹਿਲ ਉਸਾਰ ਲੈਂਦੇ ਨੇ, ਮਾਇਆ ਇਕੱਠੀ ਕਰਕੇ ਲੁੱਟ ਕੇ ਸਾਨੂੰ ਤੁਰਦੇ ਬਣਦੇ ਨੇ। ਗੁਰਬਾਣੀ ਇਹਨਾਂ ਕੰਮਾਂ ਵਾਸਤੇ ਨਹੀਂ ਸੀ, ਗੁਰਬਾਣੀ ਤਾਂ ਸਾਨੂੰ ਅਕਲਮੰਦ ਇਨਸਾਨ ਬਣਾਉਣ ਵਾਸਤੇ ਸੀ। ਉਦੋਂ ਵਿੱਦਿਆ ਦਾ ਹੋਰ ਕੋਈ ਸਾਧਨ ਨਹੀਂ ਸੀ, ਵਿੱਦਿਆ ਇਸੇ ਰਾਹੀਂ ਦਿੱਤੀ ਜਾਂਦੀ ਸੀ ਅਤੇ ਅੱਜ ਆਪਾਂ ਹੋਰ ਬਹੁਤ ਢੰਗ ਨੇ ਜਿਹਦੇ ਨਾਲ ਵਿੱਦਿਆ ਲੈ ਸਕਦੇ ਹਾਂ। ਮੈਂ ਗੁਰਬਾਣੀ ਦੇ ਵਿੱਚੋਂ ਵੀ ਬਹੁਤ ਸਾਰੇ ਹਾਸ ਵਿਅੰਗ ਤੁਹਾਡੇ ਸਾਹਮਣੇ ਰੱਖਣ ਲੱਗਿਆ, ਘਾਬਰ ਨਾ ਜਾਇਓ ਨਹੀਂ, ਕਿਉਂਕਿ ਅਸੀਂ ਜੋ ਸੁਣਿਆ ਅੱਜ ਤੱਕ ਆਲੇ ਦੁਆਲੇ ਕਥਾਵਾਚਕਾਂ ਤੋਂ ਗੁਰਬਾਣੀ ਬਹੁਤ ਗਹਿਰ ਗੰਭੀਰ ਹੈ। ਗੁਰਬਾਣੀ ਤਾਂ ਅਗਮ ਨਿਗਮ ਦੀਆਂ ਗੱਲਾਂ ਕਰਦੀ ਹੈ, ਗੁਰਬਾਣੀ ਤਾਂ ਅੰਤਰ ਧਿਆਨ ਹੋ ਕੇ ਪੜ੍ਹੀ ਦੀ ਹੈ, ਗੁਰਬਾਣੀ ਤਾਂ ਅੰਤਰ ਆਤਮੇ ਉਤਰ ਜਾਂਦੀ ਹੈ। ਇਹ ਭਾਰੇ ਸ਼ਬਦ ਸਾਨੂੰ ਸੁਣਾਏ ਬਹੁਤ ਗਏ ਨੇ, ਪਰ ਗੁਰਬਾਣੀ ਦਾ ਹੁਕਮ ਜੋ ਕਿ ਸਾਨੂੰ ਸਿੱਧੇ ਤਰੀਕੇ ਸਮਝ ਆ ਸਕੇ ਉਹ ਸਾਡੇ ਪ੍ਰਚਾਰਕਾਂ ਨੇ ਜਾਂ ਲਿਖਾਰੀਆਂ ਨੇ ਸਾਡੇ ਸਾਹਮਣੇ ਨਹੀਂ ਰੱਖਿਆ। ਨਤੀਜਾ ਸਾਹਮਣੇ ਹੈ, ਸਿੱਖ ਸਮਾਜ ਜੋ ਅੱਜ ਪੱਥਰ ਵਰਗਾ ਬਣਿਆ ਹੋਇਆ ਨਜ਼ਰ ਆ ਰਿਹਾ ਉਹਦਾ ਕਾਰਨ ਇਹੋ ਹੀ ਹੈ ਕਿ ਸਾਨੂੰ ਗੁਰਬਾਣੀ ਬਾਰੇ ਦੱਸਿਆ ਹੀ ਨਹੀਂ ਗਿਆ, ਆਪ ਆਪਣੇ ਆਪ ਅਸੀਂ ਸਿੱਖਣ ਦਾ ਉਪਰਾਲਾ ਹੀ ਨਹੀਂ ਕੀਤਾ। ਅਤੇ ਇੱਥੇ ਇੱਕ ਸ਼ਬਦ ਜਿਹੜਾ ਕਬੀਰ ਜੀ ਵੱਲੋਂ ਲਿਖਿਆ ਹੋਇਆ 477 ਪੰਨੇ 'ਤੇ, ਯਾਨੀ ਕਿ 477, ਇਹ 477 ਪੰਨੇ 'ਤੇ ਸ਼ਬਦ ਹੈ। ਇਹਦੇ ਵਿੱਚ ਕਬੀਰ ਜੀ ਨੇ ਬਹੁਤ ਕਰਾਰੇ ਵਿਅੰਗ ਕੀਤੇ ਨੇ ਅਤੇ ਹੁਣ ਤੁਸੀਂ ਇਹ ਸੋਚੋਗੇ ਕਿ ਗੁਰਬਾਣੀ ਵੀ ਵਿਅੰਗ ਕਰਦੀ ਹੈ। ਹਾਂਜੀ, ਬਹੁਤ ਸਾਰੇ ਵਿਅੰਗ ਗੁਰਬਾਣੀ 'ਚ ਮੌਜੂਦ ਨੇ। ਜਦੋਂ ਗੁਰਬਾਣੀ ਕਹਿੰਦੀ ਹੈ ਕਿ ਜਲ ਕੀ ਮਛਲੀ ਤਰਬਰ ਬਿਆਈ, ਹੁਣ ਖਜੂਰ 'ਤੇ ਚੜ੍ਹ ਕੇ ਮੱਛੀ ਨੇ ਬੱਚੇ ਦੇ ਦਿੱਤੇ, ਕੀ ਇਹ ਸੰਭਵ ਹੈ? ਇੱਕ ਕਰਾਰਾ ਵਿਅੰਗ ਹੈ ਕਿ ਉਲਟਾ ਕੰਮ ਵੀ ਕਦੀ ਹੋ ਜਾਂਦਾ। ਇਹ ਚੀਜ਼ਾਂ ਅਗਲੇ ਸ਼ਬਦਾਂ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਕਿ ਗੁਰਬਾਣੀ ਦੇ ਰਾਹੀਂ ਸਾਨੂੰ ਬਹੁਤ ਕੁਝ ਸਿਖਾਇਆ ਗਿਆ, ਤਰੀਕੇ ਬਹੁਤ ਅਲੱਗ-ਅਲੱਗ ਨੇ। ਆਓ ਇੱਕ ਸ਼ਬਦ ਲਈਏ, ਫੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੈ, ਪਹਿਰ ਚੋਲਣਾ ਗਧਾ ਨਾਚੈ ਭੈਂਸਾ ਭਗਤ ਕਰਾਵੈ, ਰਾਜਾ ਰਾਮ ਕਕਰੀਆ ਬਰੇ ਪਕਾਏ, ਕਿਨੈ ਬੂਝਨ ਹਾਰੇ ਖਾਏ। ਰਹਾਓ, ਬੈਠ ਸਿੰਘ ਘਰ ਪਾਨ ਲਗਾਵੈ, ਘੀਸ ਗਲੌਰੇ ਲਿਆਵੈ, ਘਰ ਘਰ ਮੁਸਰੀ ਮੰਗਲ ਗਾਵੈ, ਕਛੂਆ ਸੰਖ ਬਜਾਵੈ, ਬੰਸ ਕੋ ਪੂਤ ਵਿਆਹਨ ਚਲਿਆ, ਸੋਇਨੇ ਮੰਡਪ ਛਾਏ, ਰੂਪ ਕੰਨਿਆ ਸੁੰਦਰ ਬੇਦੀ, ਸਸੈ ਸਿੰਘ ਗੁਣ ਗਾਏ। ਕਹਿਤ ਕਬੀਰ ਸੁਨੋ ਰੇ ਸੰਤੋ, ਕੀਟੀ ਪਰਬਤ ਖਾਇਆ, ਕਛੂਆ ਕਹਿ ਅੰਗਾਰ ਭਿਲੋਰੋਂ, ਲੂਕੀ ਸ਼ਬਦ ਸੁਣਾਇਆ। ਇੱਥੇ ਜੋ ਸ਼ਬਦ ਦਿੱਤਾ ਗਿਆ ਉਸ ਦੇ ਸਹੀ ਅਰਥ ਸਮਝਣੇ ਹੋਣ ਤਾਂ ਪ੍ਰੋਫੈਸਰ ਸਾਹਿਬ ਸਿੰਘ ਵੱਲੋਂ ਕੀਤੇ ਗਏ ਟੀਕੇ ਵਿੱਚੋਂ ਪੜ੍ਹੇ ਜਾ ਸਕਦੇ ਨੇ। ਮੈਨੂੰ ਇਹ ਵੀ ਪਤਾ ਹੈ ਕਿ ਇਹ ਅਰਥ ਜਿਵੇਂ ਮੈਂ ਕਰ ਰਿਹਾ ਇਹ ਸਿਰਫ ਵਿਅੰਗਾਤਮਕ ਢੰਗ ਨਾਲ ਮੈਂ ਕਰ ਰਿਹਾ, ਸ਼ਬਦ ਅੱਖਰੀ ਅਰਥ ਕਰ ਰਿਹਾ, ਇਹਦੇ ਭਾਵ ਅਰਥ ਮੈਂ ਨਹੀਂ ਕਰ ਰਿਹਾ।
ਪਰ ਸਾਡੇ ਬਹੁਤੇ ਜਿਹੜੇ ਸੰਤ ਬਾਬੇ ਬ੍ਰਹਮ ਗਿਆਨੀ ਕਥਾਵਾਚਕ ਜਦੋਂ ਹਾਸੋਹੀਣੀਆਂ ਗੱਲਾਂ ਸਟੇਜਾਂ 'ਤੇ ਸੁਣਾਉਂਦੇ ਨੇ ਤਾਂ ਕੀ ਤੁਹਾਨੂੰ ਉਦੋਂ ਨਹੀਂ ਲੱਗਦਾ ਕਿ ਇਹ ਤਾਂ ਤਰ੍ਹਾਂ ਤਰ੍ਹਾਂ ਦੇ ਵਿਅੰਗ ਹਾਸੋਹੀਣੀਆਂ ਗੱਲਾਂ ਸੁਣਾ ਰਹੇ ਆ? ਉਦੋਂ ਉਹਨਾਂ ਨੂੰ ਵੀ ਕਦੀ ਰੋਕਿਆ ਕਰੋ। ਇਹ ਜਾਣ ਕੇ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਤਾਂ ਕਿ ਤੁਹਾਨੂੰ ਸਮਝ ਆਵੇ। ਜੇ ਸ਼ਬਦ ਅਰਥ ਹੀ ਕਰਾਂਗੇ ਤਾਂ ਫਿਰ ਇਸ ਤਰ੍ਹਾਂ ਕਰਨੇ ਪੈਣਗੇ। ਲਓ ਸੁਣੋ, ਇੱਥੇ ਜੋ ਸ਼ਬਦ ਦਿੱਤਾ ਗਿਆ ਹੈ ਉਸ ਦੇ ਸਹੀ ਅਰਥ ਤਾਂ ਪ੍ਰੋਫੈਸਰ ਸਾਹਿਬ ਸਿੰਘ ਦੇ ਟੀਕੇ ਵਿੱਚੋਂ ਆਪਾਂ ਪੜ੍ਹ ਸਕਦੇ ਹਾਂ। ਅੱਗੇ ਹੋਰ ਵੀ ਮੈਂ ਕੇਵਲ ਸ਼ਬਦ ਅਰਥ ਕਰ ਰਿਹਾ ਹਾਂ, ਭਾਵ ਅਰਥ ਨਹੀਂ ਕਰ ਰਿਹਾ ਜਿਵੇਂ ਸਾਡੇ ਕੱਚ ਘਰੜ ਕਥਾਵਾਚਕ ਅਤੇ ਅਖੌਤੀ ਸੰਤ ਬ੍ਰਹਮ ਗਿਆਨੀ ਗੁਰਬਾਣੀ ਦੇ ਹਾਸੋਹੀਣੇ ਅਰਥ ਕਰਦੇ ਸਟੇਜਾਂ 'ਤੇ ਆਮ ਸੁਣੇ ਜਾ ਸਕਦੇ ਨੇ। ਸਮਝੋ ਮੈਂ ਗੁਰਬਾਣੀ ਵਿੱਚੋਂ ਵਿਅੰਗਾਤਮਕ ਕੁਝ ਸ਼ਬਦ ਚੁਣ ਲਏ ਹਨ, ਜਿਵੇਂ ਲਿਖੇ ਹਨ। ਜੇ ਉਸੇ ਤਰ੍ਹਾਂ ਅਰਥ ਕਰਾਂਗੇ ਤਾਂ ਗੁਰਮਤ ਦੀ ਸਮਝ ਤਾਂ ਨਹੀਂ ਆਉਣੀ। ਹਾਂ, ਮਨੋਰੰਜਨ ਬਹੁਤ ਵਧੀਆ ਹੋਵੇਗਾ ਤੇ ਲੋਕੀ ਖੂਬ ਹੱਸਣਗੇ। ਹੁਣ ਇਹ ਸ਼ਬਦ ਦੇ ਕੇਵਲ ਅੱਖਰੀ ਅਰਥ ਕਰ ਰਿਹਾ ਮੈਂ, ਧਿਆਨ ਨਾਲ ਸੁਣੋ। ਸੰਸਾਰ ਦੇ ਲੋਕੋ ਸੁਣੋ, ਕੀ ਅਜਬ ਤਮਾਸ਼ਾ ਹੋ ਰਿਹਾ ਹੈ। ਕਬੀਰ ਜੀ ਕਹਿੰਦੇ ਨੇ, ਵੇਖੋ ਕੀ ਅਜਬ ਤਮਾਸ਼ਾ ਹੋ ਰਿਹਾ ਹੈ। ਹਾਥੀ ਰਬਾਬ ਵਜਾ ਰਿਹਾ ਹੈ, ਫੀਲ ਰਬਾਬੀ। ਹਾਥੀ ਰਬਾਬ ਵਜਾ ਰਿਹਾ ਹੈ, ਬਲਦ ਢੋਲਕੀ ਵਜਾਉਂਦਾ ਹੈ, ਫੀਲ ਰਬਾਬੀ ਬਲਦ ਪਖਾਵਜ। ਬਲਦ ਢੋਲਕੀ ਵਜਾਉਂਦਾ ਹੈ, ਕਊਆ ਤਾਲ ਵਜਾਵੇ, ਕਾਂ ਖੜਤਾਲਾਂ ਜਾਣੀ ਕਿ ਕੌਲੀਆਂ ਵਜਾ ਰਿਹਾ ਹੈ। ਘੱਗਰੀ ਪਹਿਨ ਕੇ ਪਹਿਰ ਚੋਲਣਾ ਗਧਾ ਨਾਚੈ। ਘੱਗਰੀ ਪਹਿਨ ਕੇ ਗਧਾ ਖੂਬ ਨੱਚ ਰਿਹਾ ਹੈ, ਮਨੋਰੰਜਨ ਕਰ ਰਿਹਾ ਹੈ। ਝੋਟਾ ਚੌਂਕੜਾ ਮਾਰ ਕੇ ਭਗਤੀ ਕਰ ਰਿਹਾ ਹੈ। ਪਹਿਰ ਚੋਲਣਾ ਗਧਾ ਨਾਚੈ, ਭੈਂਸਾ ਭਗਤ ਕਰਾਵੈ। ਅੱਕ ਦੇ ਕੌੜੇ ਫਲ ਤੋਂ ਅੰਬ ਬਣ ਗਏ ਹਨ, ਕਿਸੇ ਸਿਆਣੇ ਪੁਰਖ ਨੇ ਹੀ ਖਾਧੇ ਹਨ, ਜਿਹੜੇ ਕਿ ਅੱਕ ਨੂੰ ਅੰਬ ਲੱਗੇ ਹੋਏ ਨੇ। ਘਰ ਵਿੱਚ ਬੈਠ ਕੇ ਮਹਿਮਾਨਾਂ ਲਈ ਸ਼ੇਰ ਪਾਨ ਬੀੜੇ ਤਿਆਰ ਕਰਦਾ ਹੈ। ਉਹਨਾਂ ਤਿਆਰ ਕੀਤੇ ਪਾਨਾਂ ਨੂੰ ਕਿਰਲੀਆਂ ਦੂਜੇ ਤੱਕ ਪਹੁੰਚਾ ਰਹੀਆਂ ਨੇ। ਚੂਹੀਆਂ ਖੁਸ਼ੀ ਦੇ ਗੀਤ ਗਾਉਂਦੀਆਂ ਹਨ। ਕੱਛੂ ਕੁੰਮਾ ਸ਼ੰਖ ਵਜਾਉਂਦਾ ਹੈ। ਬਾਂਝ ਔਰਤ ਦਾ ਪੁੱਤਰ, ਸੋਚੋ ਕਦੇ ਬਾਂਝ ਔਰਤ ਦੇ ਪੁੱਤਰ ਹੋ ਸਕਦਾ ਹੈ, ਪਰ ਇੱਥੇ ਕਰਾਰੇ ਵਿਅੰਗ ਕੀਤੇ ਗਏ ਨੇ। ਬਾਂਝ ਔਰਤ ਦਾ ਪੁੱਤਰ ਬਰਾਤ ਲੈ ਕੇ ਵਿਆਹ ਕਰਾਉਣ ਚੱਲ ਪਿਆ। ਵਿਆਹ ਵਾਲੇ ਘਰ ਵਿੱਚ ਬਰਾਤ ਲਈ ਸੋਨੇ ਦੇ ਛਾਇਆਮਾਨ ਲਾਏ ਗਏ। ਅਤਿਅੰਤ ਸੁੰਦਰ ਲੜਕੀ ਉਸਨੇ ਵਿਆਹ ਲਿਆਂਦੀ। ਸ਼ੇਰ ਅਤੇ ਸਹੇ ਨੇ ਰਲ ਕੇ ਵਡਿਆਈ ਵਾਲੇ ਫੇਰਿਆਂ ਵਕਤ ਗੀਤ ਗਾਏ। ਕਬੀਰ ਜੀ ਆਖਦੇ ਹਨ, ਸੰਤੋ ਭਗਤੋ ਹੋਰ ਅਲੋਕਾਰ ਗੱਲ ਸੁਣ ਲਵੋ। ਕੀੜੀ ਨੇ ਪਹਾੜ ਖਾ ਲਿਆ, ਕੀੜੀ ਸਾਰਾ ਹੀ ਪਹਾੜ ਖਾ ਗਈ। ਕੱਛੂ ਕੁੰਮਾ ਕਹਿੰਦਾ ਹੈ, ਮੈਨੂੰ ਪਾਣੀ ਤਾਂ ਰੋਜ਼ ਹੀ ਮਿਲਦਾ ਹੈ, ਅੱਜ ਤਾਂ ਮੈਂ ਬਲਦੇ ਹੋਏ ਅੰਗਿਆਰ ਖਾਵਾਂਗਾ, ਅੰਗਿਆਰ ਲਿਆ ਕੇ ਦਿਓ ਮੈਨੂੰ। ਲੁੱਕ ਕੇ ਰਹਿਣ ਵਾਲੀ ਛਿਪਕਲੀ ਨੇ ਸ਼ਬਦ ਗਾ ਗਾ ਕੇ ਸੁਣਾਏ। ਹੁਣ ਪਾਠਕ ਜਨੋ, ਹੈ ਨਾ ਲਾਜਵਾਬ ਵਿਅੰਗ ਕਰਨ ਵਾਲਾ ਸ਼ਬਦ। ਮੈਂ ਖੁਦ ਵੱਡੇ ਵੱਡੇ ਸੰਤਾਂ ਮਹਾਂਪੁਰਖਾਂ ਨੂੰ ਇਸ ਸ਼ਬਦ ਦੇ ਅਰਥ ਕਰਨ ਲਈ ਬਹੁਤ ਵਾਰੀ ਕਹਿ ਚੁੱਕਿਆ ਹਾਂ। ਆਮਣੇ ਸਾਹਮਣੇ ਬੈਠ ਕੇ ਜਦੋਂ ਇਹ ਸ਼ਬਦ ਉਹਨਾਂ ਦੇ ਸਾਹਮਣੇ ਰੱਖਿਆ ਤਾਂ ਸਾਰਿਆਂ ਦੀ ਬੋਲਤੀ ਬੰਦ ਹੋ ਜਾਂਦੀ ਹੈ। ਸਾਰੇ ਨੀਵੀਂ ਜਿਹੀ ਪਾ ਕੇ ਇਉਂ ਕਹਿ ਕੇ ਪੱਲਾ ਝਾੜ ਲੈਂਦੇ ਨੇ, ਭਾਈ ਇਹ ਸ਼ਬਦ ਤਾਂ ਬਹੁਤ ਮਹਿੰਗਾ ਹੈ, ਨਾਲੇ ਬਾਣੀ ਤਾਂ ਬਹੁਤ ਅਗਾਧ ਬੋਧ ਹੈ, ਇਹਦੇ ਅਰਥ ਕੌਣ ਕਰ ਸਕਦਾ ਹੈ। ਇਹ ਸ਼ਬਦ ਦਾ ਭਾਵ ਅਰਥ ਹੈ, ਗੁਰੂ ਦੀ ਸਿੱਖਿਆ ਨਾਲ ਹਾਥੀ ਵਰਗਾ ਵਿਗੜਿਆ ਮਨ ਸਹੀ ਰਸਤੇ ਤੇ ਪੈ ਜਾਂਦਾ ਹੈ। ਝੋਟੇ ਵਰਗਾ ਵਿਗੜਿਆ ਮਨ ਸਹੀ ਰਾਹ ਤੇ ਆ ਜਾਂਦਾ ਹੈ। ਕਾਂ ਵਰਗਾ ਚੰਚਲ ਮਨ ਸਹੀ ਲਾਈਨ ਪਕੜ ਲੈਂਦਾ ਹੈ। ਗੱਲ ਤਾਂ ਉਹ ਸੀ ਕਿ ਸਾਡੇ 'ਚ ਜਾਨਵਰਾਂ ਵਾਲੀ ਬਿਰਤੀ ਬੈਠੀ ਹੈ। ਅਸੀਂ ਮਤ ਕਰਕੇ ਬੁੱਧੀ ਕਰਕੇ ਬਾਂਝ ਹੋ ਚੁੱਕੇ ਹੋਏ ਹਾਂ ਤੇ ਉਹਨਾਂ ਗੱਲਾਂ ਨੂੰ ਮੋੜਾ ਦੇ ਕੇ ਵਿਅੰਗਾਤਮਕ ਢੰਗ ਦੇ ਨਾਲ ਕਬੀਰ ਜੀ ਨੇ ਸਮਝਾਇਆ। ਹੁਣ ਜੇ ਅੱਖਰੀ ਅਰਥ ਕਰਾਂਗੇ ਤੇ ਸਾਰਾ ਕੁਝ ਹੀ ਚੌਪਟ ਹੋ ਜਾਵੇਗਾ, ਕੋਈ ਵੀ ਗੱਲ ਪੱਲੇ ਨਹੀਂ ਪਵੇਗੀ, ਕੇਵਲ ਹਾਸਾ ਮਜ਼ਾਕ ਹੀ ਹੋਵੇਗਾ। ਤੇ ਇਹਨਾਂ ਚੀਜ਼ਾਂ ਦੇ ਅਸੀਂ ਅੱਜ ਤੱਕ ਜਿਹੜੇ ਅਰਥ ਸੁਣੇ ਆ ਅਖੌਤੀ ਮਹਾਂਪੁਰਖਾਂ ਤੋਂ, ਉਹ ਬਸ ਅਗਮ ਨਿਗਮ ਅਗਾਧ ਬੋਧ ਅੰਤਰ ਆਤਮਾ ਤੇ
ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਉਹ ਸੁਣਾਈ ਜਾਂਦੇ ਨੇ ਸਟੇਜਾਂ ਤੇ, ਅਸੀਂ ਨੀਵੀਆਂ ਪਾ ਕੇ ਸੁਣੀ ਜਾਂਦੇ ਆ, ਕਿਉਂਕਿ ਆਪ ਅਸੀਂ ਗੁਰਬਾਣੀ ਕਦੇ ਪੜ੍ਹੀ ਹੀ ਨਹੀਂ, ਵਿਚਾਰੀ ਹੀ ਨਹੀਂ, ਤੇ ਗੁਰਬਾਣੀ ਨੂੰ ਕਦੇ ਸਮਝਣ ਦਾ ਯਤਨ ਹੀ ਨਹੀਂ ਕੀਤਾ। ਗਪੌੜੀ ਸਾਧਾਂ ਤੋਂ ਗੱਪਾਂ ਸੁਣ ਕੇ ਸਾਨੂੰ ਇਉਂ ਲੱਗਣ ਲੱਗ ਪੈਂਦਾ ਕਿ ਸ਼ਾਇਦ ਮੈਂ ਧਰਮ ਕਰਮ ਕਮਾ ਲਿਆ, ਤੇ ਜਿਹੜੀਆਂ ਗੱਲਾਂ ਮੈਨੂੰ ਇੱਥੇ ਸੁਣਾਈਆਂ ਨੇ ਇਹੋ ਹੀ ਗੁਰਬਾਣੀ 'ਚ ਲਿਖੀਆਂ ਹੋਣਗੀਆਂ। ਪਿਆਰਿਓ, ਤੁਹਾਨੂੰ ਬਹੁਤ ਲੁੱਟ ਲਿਆ, ਬਹੁਤ ਕੁੱਟ ਲਿਆ, ਬਹੁਤ ਕੁਰਾਹੇ ਪਾ ਲਿਆ, ਤੇ ਸੰਵਰਿਆ ਕੁਝ ਵੀ ਨਹੀਂ, ਵਿਗੜਿਆ ਬਹੁਤ ਕੁਝ ਹੈ। ਆਓ ਅਜਿਹੇ ਸ਼ਬਦਾਂ ਦੇ ਉੱਤੇ ਖੂਬ ਆਪਾਂ ਖੁਸ਼ੀ ਮਨਾਈਏ, ਹੱਸੀਏ ਕਿ ਸਾਡੇ ਮਹਾਂਪੁਰਖਾਂ ਨੇ ਸਾਡੇ ਵਾਸਤੇ ਹਰ ਤਰ੍ਹਾਂ ਦੀ ਬਾਣੀ ਲਿਖੀ ਹੈ। ਅਸੀਂ ਉਹਨਾਂ ਸ਼ਬਦਾਂ ਨੂੰ ਵੀ ਆਪਣੀ ਜ਼ਿੰਦਗੀ 'ਚ ਉਤਾਰਨਾ ਹੈ, ਸਮਝਣਾ ਹੈ ਤੇ ਆਪਣੇ ਆਪ ਨੂੰ ਸੁਧਾਰਨਾ ਹੈ। ਆਖੋ ਸਤਨਾਮ। ਹਸਤ ਖੇਲਤ ਤੇਰੇ ਦਿਉਰੇ ਆਇਆ, ਵਿਅੰਗ ਨੰਬਰ 27। ਗੁਰਬਾਣੀ ਦੀਆਂ ਪੰਕਤੀਆਂ ਨੇ। ਹਰ ਕੈ ਭਜਨ ਕੌਣ ਕੌਣ ਨਾ ਤਾਰੇ। ਹੇ ਭਾਈ ਜਨੋ, ਰੱਬ ਦੇ ਨਾਮ ਦਾ ਜਾਪ ਕਰਨ ਦੇ ਨਾਲ, ਭਜਨ ਕਰਨ ਦੇ ਨਾਲ, ਜਿਵੇਂ ਕਿ ਸਾਨੂੰ ਸਿਖਾਇਆ ਜਾਂਦਾ, ਮੈਂ ਉਹ ਗੱਲ ਪਹਿਲਾਂ ਕਰ ਰਿਹਾ ਕਿਉਂਕਿ ਸਟੇਜਾਂ 'ਤੇ ਸਿਮਰਨ 'ਤੇ ਬਹੁਤ ਜ਼ੋਰ ਲਾਇਆ ਜਾਂਦਾ। ਹਰ ਕੇ ਭਜਨ ਕੌਣ ਕੌਣ ਨਾ ਤਾਰੇ। ਰੱਬ ਦਾ ਭਜਨ ਕਰਨ ਨਾਲ, ਬੰਦਗੀ ਕਰਨ ਨਾਲ ਕਿੰਨੇ ਤਰ ਜਾਂਦੇ ਨੇ, ਅੰਤ ਕੋਈ ਨਹੀਂ ਹੈ। ਤੇ ਹੋਰ ਦੇਖ ਲਓ ਇੱਥੇ ਕੀ ਸਾਨੂੰ ਸਮਝਾਇਆ। ਖਗ ਤਨ, ਮੀਨ ਤਨ, ਮ੍ਰਿਗ ਤਨ, ਬ੍ਰਾਹ ਤਨ, ਸਾਧੂ ਸੰਗ ਉਧਾਰੇ। ਹੇ ਭਾਈ ਜਨੋ, ਪਰਮੇਸ਼ਰ ਦਾ ਕਰਨ ਵਾਲੇ ਬਹੁਤ ਤਰ ਗਏ ਹਨ, ਗਿਣਤੀ ਤੋਂ ਬਾਹਰੇ ਹਨ। ਤੇਰਾ ਨਾਮ ਜਪ ਕੇ ਪੰਛੀ, ਖਗ ਮੈਨੇ ਹੁੰਦਾ ਪੰਛੀ, ਪੰਛੀ ਤਰ ਗਏ। ਤੇਰੇ ਨਾਮ ਦੀ ਬਦੌਲਤ, ਮੀਨ ਮੈਨੇ ਮੱਛੀ, ਮੱਛੀਆਂ ਤਰ ਗਈਆਂ। ਤੇਰੀ ਭਗਤੀ ਕਰਕੇ ਹਿਰਨ ਤਰ ਗਏ, ਮਿਰਗ ਸ਼ਬਦ ਇੱਥੇ ਆਇਆ, ਹਿਰਨ ਤਰ ਗਏ। ਤੇਰੀ ਭਗਤੀ ਦੁਆਰਾ ਸੂਰ ਵੀ ਤਰ ਗਏ, ਬ੍ਰਾਹ ਮੈਨੇ ਸੂਰ ਹੁੰਦਾ। ਇਸੇ ਤਰ੍ਹਾਂ ਇਹਨਾਂ ਸਾਰਿਆਂ ਨੇ ਸਾਧੂਆਂ ਦੀ ਸੰਗਤ ਕੀਤੀ, ਇਸ ਲਈ ਸਾਰੇ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ। ਕਦੀ ਸਾਧੂਆਂ, ਮਹਾਤਮਾ, ਬ੍ਰਹਮ ਗਿਆਨੀਆਂ, ਸੰਤਾਂ ਨੇ ਇਹਨਾਂ ਪੰਛੀਆਂ ਨੂੰ, ਇਹਨਾਂ ਪਸ਼ੂਆਂ ਨੂੰ, ਜਾਨਵਰਾਂ ਨੂੰ ਆਪਣੇ ਕੋਲੇ ਬਿਠਾ ਕੇ ਇਹਨਾਂ ਨੂੰ ਕੋਈ ਉਪਦੇਸ਼ ਕੀਤਾ ਕਿ ਇਹਨਾਂ ਦਾ ਉਧਾਰ ਕਰਨ ਵਾਸਤੇ ਸਾਧੂ ਸੰਤ ਮਹਾਤਮਾ ਅਖਵਾਉਣ ਵਾਲੇ ਵੱਡੇ ਪੇਟੂ ਸਾਧ ਇਹਨਾਂ ਪਸ਼ੂਆਂ ਦੇ ਵਿੱਚ ਜਾ ਕੇ ਕੋਈ ਧਰਮ ਦਾ ਉਪਦੇਸ਼ ਕਰਦੇ ਨੇ? ਕੀ ਸਾਧਾਂ ਦਾ, ਸੰਤਾਂ ਦਾ ਬੋਲਿਆ ਹੋਇਆ ਕੋਈ ਵਾਕ ਇਹਨਾਂ ਪਸ਼ੂਆਂ ਨੂੰ ਸਮਝ ਆਉਂਦਾ? ਕੀ ਇਹਨਾਂ ਪਸ਼ੂਆਂ ਦਾ ਜੀਵਨ ਇਸ ਤਰ੍ਹਾਂ ਦੇ ਉਪਦੇਸ਼ ਦੇ ਨਾਲ ਸੁਧਾਰਿਆ ਜਾ ਸਕਦਾ ਹੈ? ਕੀ ਜਿਹੜੀ ਗੁਰਬਾਣੀ ਲਿਖੀ ਹੈ ਇਹ ਪਸ਼ੂਆਂ ਪੰਛੀਆਂ ਵਾਸਤੇ ਲਿਖੀ ਹੋਈ ਹੈ ਕਿ ਇਨਸਾਨਾਂ ਵਾਸਤੇ ਲਿਖੀ ਹੋਈ ਹੈ? ਤੇ ਕਦੀ ਗੁਰਦੁਆਰਿਆਂ 'ਚ ਤੇ ਵੱਡੇ ਹੋਰ ਇਕੱਠਾਂ ਦੇ ਵਿੱਚ ਜਾਨਵਰ, ਸੂਰ, ਕੁੱਤੇ, ਹਿਰਨ, ਇੱਲਾਂ, ਗਿਰਝਾਂ, ਕਾਂ, ਪਸ਼ੂ, ਹੋਰ ਪੰਛੀ ਆਦਿਕ, ਕਦੀ ਉਹਨਾਂ ਦਾ ਝੁਰਮਟ ਆਇਆ ਵੇਖਿਆ ਤੁਸੀਂ ਕਿ ਗੁਰਬਾਣੀ ਸੁਣ ਰਿਹਾ ਹੋਵੇ, ਉਪਦੇਸ਼ ਸੁਣ ਰਿਹਾ ਹੋਵੇ? ਪਰ ਇੱਥੇ ਤਾਂ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਦੇ ਵਿੱਚ ਤਾਂ ਇਹੀ ਲਿਖਿਆ ਹੋਇਆ ਕਿ ਹੇ ਅਕਾਲ ਪੁਰਖ ਜੀ, ਤੁਹਾਡਾ ਤਾਂ ਬਹੁਤ ਮਹਾਨ ਉੱਤਮ ਨਾਮ ਹੈ, ਤੁਹਾਡੀ ਮਹਿਮਾ ਬਹੁਤ ਹੈ, ਤੁਹਾਡੇ ਨਾਮ ਦੀ ਬਦੌਲਤ ਤਾਂ ਹਰ ਕੈ ਭਜਨ ਕੌਣ ਕੌਣ ਨਾ ਤਾਰੇ, ਸਾਰੀ ਤਰ ਗਏ ਨੇ। ਖਗ ਤਨ, ਮੀਨ ਤਨ, ਮ੍ਰਿਗ ਤਨ, ਬ੍ਰਾਹ ਤਨ, ਸਾਧੂ ਸੰਗ ਉਧਾਰੇ। ਹੁਣ ਗੱਲ ਤਾਂ ਸੀ ਇੱਥੇ ਇਹ ਕਿ ਮਨੁੱਖ ਜਿਹੜਾ ਪਸ਼ੂ ਵਰਗਾ ਬਣਿਆ ਹੋਇਆ ਹੈ, ਸੱਚ ਜਾਣਿਓ ਅੱਜ ਵੀ ਅਸੀਂ ਬੇਅੰਤ ਇਨਸਾਨੀ ਰੂਪ ਵਾਲੇ, ਇਨਸਾਨੀ ਸਰੀਰ ਵਾਲੇ ਜਾਨਵਰਾਂ ਵਰਗੇ ਕੰਮ ਕਰਦੇ ਆਮ ਵੇਖੇ ਜਾ ਸਕਦੇ ਹਾਂ। ਇੱਥੇ ਤਾਂ ਕਰਤੂਤ ਪਸ਼ੂ ਕੀ, ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਕੰਮ ਤਾਂ ਪਸ਼ੂਆਂ ਵਾਲੇ ਹੁੰਦੇ ਨੇ, ਪਰ ਇਨਸਾਨ ਆਪਣੇ ਆਪ ਨੂੰ ਅਖਵਾਰੇ ਨੇ। ਬਹੁਤੇ ਲੋਕ ਚਮੜੇ ਦੀ ਜਿਹੜੀ ਇਹ ਲਪੇਟੀ ਹੋਈ ਉੱਤੇ ਪੰਡ ਹੈ, ਸਰੀਰ ਤੁਰਿਆ ਫਿਰਦਾ, ਇਹ ਵੇਖਣ ਨੂੰ ਇਨਸਾਨ ਨਜ਼ਰ ਆਉਂਦਾ ਹੈ, ਪਰ ਹਰਕਤਾਂ ਜਾਨਵਰਾਂ ਵਰਗੀਆਂ ਨੇ। ਇਸੇ ਕਰਕੇ ਗੁਰੂ ਸਾਹਿਬ ਨੇ ਇਹਨਾਂ ਨੂੰ ਇਸ ਤਰ੍ਹਾਂ ਦੇ ਸਖਤ ਤਿੱਖੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਕਿ ਭਾਈ ਉਹਨਾਂ ਜਾਨਵਰਾਂ ਦੀ ਅਵਸਥਾ ਦੇਖ ਲਓ, ਤੁਸੀਂ ਉਹਨਾਂ ਵਰਗੇ ਹੋ, ਤੁਸੀਂ ਆਪਣੇ ਗੁਰੂ ਦੀ ਸੰਗਤ 'ਚ ਆ ਜਾਓ ਤੇ ਗੁਰੂ ਦਾ ਉਪਦੇਸ਼ ਸੁਣ ਕੇ ਉਹਨੂੰ ਹਿਰਦੇ 'ਚ ਵਸਾ ਲਓ ਤੇ ਫਿਰ ਆਪਣੇ ਪ੍ਰੈਕਟੀਕਲ ਜੀਵਨ ਦੇ ਵਿੱਚ ਉਹਨੂੰ ਉਤਾਰ ਲਓ। ਤੁਹਾਡਾ ਜੀਵਨ ਸੱਚਮੁੱਚ ਇਨਸਾਨਾਂ ਵਾਲਾ ਬਣ ਜਾਵੇਗਾ। ਅੱਜ ਜਿਹੜੀ ਹਾਲਤ ਹੈ ਤੁਹਾਡੀ, ਉਹ ਪਸ਼ੂਆਂ ਨਾਲੋਂ ਵੀ ਭੈੜੀ ਬਣ ਚੁੱਕੀ ਹੋਈ ਹੈ। ਗੱਲ ਤਾਂ ਇਹ ਸੀ ਸਮਝਣ ਅਤੇ ਸਮਝਾਉਣ ਵਾਲੀ, ਪਰ ਇਸ ਪਾਸੇ
ਸਾਨੂੰ ਨਹੀਂ ਤੋਰਿਆ ਗਿਆ, ਨਹੀਂ ਸਿਖਾਇਆ ਗਿਆ, ਨਹੀਂ ਦੱਸਿਆ ਗਿਆ। ਗੁਰਬਾਣੀ ਦੇ ਹੋਰ ਹੀ ਹੋਰ ਅਰਥ ਕਰਕੇ ਦੱਸਦੇ ਗਏ ਨੇ। ਇਹ ਕਮਾਲ ਦਾ ਵਿਅੰਗ ਹੈ। ਇਸ ਦੇ ਸ਼ਬਦ ਅਰਥ ਨਹੀਂ ਹੋ ਸਕਣਗੇ, ਭਾਵ ਕਿ ਜੇ ਜਿਵੇਂ ਮੈਂ ਅਰਥ ਕੀਤੇ ਨੇ, ਜੇ ਸਟੇਜਾਂ 'ਤੇ ਇਸੇ ਤਰ੍ਹਾਂ ਹੀ ਕਰਾਂਗੇ ਫਿਰ ਤਾਂ ਉੱਥੇ ਝਗੜਾ ਹੀ ਹੋਵੇਗਾ ਕਿ ਤੂੰ ਸਾਨੂੰ ਪਸ਼ੂ ਕਹਿਣਾ, ਤੂੰ ਸਾਨੂੰ ਜਾਨਵਰ ਕਹਿਣਾ ਭਾਈ ਸਟੇਜ 'ਤੇ ਬੋਲਣ ਵਾਲਿਆ। ਮੈਂ ਖੁਦ ਇੰਗਲੈਂਡ ਦੇ ਵਿੱਚ ਕੁਝ ਕਰਾਰੇ ਸ਼ਬਦ ਸਟੇਜ 'ਤੇ ਸੁਣਾ ਦਿੱਤੇ। ਕੁਝ ਬੰਦੇ ਬਾਅਦ ਦੇ ਵਿੱਚ ਮੇਰੇ ਕੋਲ ਆ ਗਏ, ਕਹਿਣ ਲੱਗੇ ਗਿਆਨੀ ਜੀ ਤੁਸੀਂ ਕਥਾਵਾਚਕ ਹੋ? ਮੈਂ ਕਿਹਾ ਜੀ ਹਾਂ। ਕਹਿਣ ਲੱਗਿਆ ਨਹੀਂ ਤੁਸੀਂ ਕਥਾਵਾਚਕ ਨਹੀਂ। ਮੈਂ ਕੀ ਹੋ ਗਿਆ? ਕਹਿਣ ਲੱਗੇ ਅਸੀਂ ਇੱਥੇ ਗੁਰਦੁਆਰੇ 'ਚ ਗੁਰਬਾਣੀ ਦੀ ਕਥਾ ਸੁਣਨ ਵਾਸਤੇ ਆਉਂਦੇ ਹਾਂ। ਮੈਂ ਕਿਹਾ ਠੀਕ ਹੈ। ਕਹਿੰਦੇ ਪਰ ਤੂੰ ਸਟੇਜ 'ਤੇ ਗਾਲਾਂ ਕੱਢਦਾ ਹੈ, ਅਸੀਂ ਗਾਲਾਂ ਖਾਣ ਨਹੀਂ ਆਉਂਦੇ ਸਟੇਜ 'ਤੇ। ਮੈਂ ਕਿਹਾ ਮੈਂ ਤਾਂ ਨਹੀਂ ਗਾਲਾਂ ਕੱਢੀਆਂ। ਉਹਨਾਂ ਨੇ ਸ਼ਬਦਾਂ ਦੀਆਂ ਪੰਕਤੀਆਂ ਜਿਹੜੀਆਂ ਮੈਂ ਬੋਲ ਕੇ ਸੁਣਾਈਆਂ ਸੀ ਉਹ ਮੇਰੇ ਸਾਹਮਣੇ ਰੱਖ ਦਿੱਤੀਆਂ। ਕਹਿੰਦੇ ਗਾਲਾਂ ਨਹੀਂ ਤੇ ਹੋਰ ਕੀ ਹੈ? ਮੈਂ ਜੇ ਤੁਸੀਂ ਇਹਨੂੰ ਗਾਲਾਂ ਸਮਝਦੇ ਹੋ, ਇਹ ਗੁਰੂ ਨਾਨਕ ਸਾਹਿਬ ਦੀਆਂ ਕੱਢੀਆਂ ਹੋਈਆਂ ਗਾਲਾਂ ਨੇ, ਮੈਂ ਨਹੀਂ ਕੱਢੀਆਂ। ਸ਼ਬਦ ਸੀ ਲਬ ਕੁੱਤਾ, ਕੂੜ ਚੂੜਾ, ਠੱਗ ਖਾਧਾ ਮੁਰਦਾਰ। ਇਹ ਸਾਰਾ ਸ਼ਬਦ ਕੁਰਖਤ ਭਾਸ਼ਾ, ਸਖਤ ਭਾਸ਼ਾ 'ਚ ਲਿਖਿਆ ਹੋਇਆ। ਮੈਂ ਕਿਹਾ ਪਿਆਰਿਓ ਫਿਰ ਗੁਰਬਾਣੀ ਸੁਣਨੀ ਬੰਦ ਕਰ ਦਿਓ, ਕਿਉਂਕਿ ਗੁਰੂ ਨਾਨਕ ਦਾ ਲਿਖਿਆ ਹੋਇਆ ਤਾਂ ਸ਼ਬਦ। ਖੈਰ ਇਹੋ ਜਿਹਾ ਬਹੁਤ ਕੁਝ ਵਾਪਰਦਾ ਹੈ ਤੇ ਗੁਰੂ ਸਾਹਿਬ ਕਹਿ ਰਹੇ ਨੇ ਇੱਥੇ ਤਾਂ ਭਾਈ ਕਾਂ ਆਦਿ ਪੰਛੀਆਂ ਵਰਗੇ ਮਨੁੱਖ, ਮੱਛੀ ਵਰਗੇ ਚੰਚਲ ਸੁਭਾਅ ਵਾਲੇ, ਹਿਰਨ ਵਰਗੇ, ਸੂਰਾਂ ਵਰਗੇ ਗੁਰੂ ਦੀ ਸਿੱਖਿਆ ਲੈ ਕੇ ਭਲੇ ਇਨਸਾਨ ਬਣ ਗਏ। ਪਸ਼ੂ ਬਿਰਤੀਆਂ ਖਤਮ ਹੋ ਗਈਆਂ। ਪਰਉਪਕਾਰੀ, ਗਿਆਨਵਾਨ, ਨੇਕ ਇਨਸਾਨ ਬਣ ਕੇ ਸਮਾਜ ਦਾ, ਆਪਣੇ ਆਪੇ ਦਾ, ਆਪਣੇ ਪਰਿਵਾਰ ਦਾ ਭਲਾ ਕਰਨ ਵਾਸਤੇ ਤਿਆਰ ਹੋ ਗਏ ਤੇ ਫਿਰ ਉਹਨਾਂ ਨੇ ਸਮਾਜ ਦੀ ਕਾਇਆ ਕਲਪ ਦਾ ਬੀੜਾ ਚੁੱਕ ਲਿਆ, ਜ਼ਿੰਮੇਵਾਰੀਆਂ ਆਪਣੇ ਸਿਰ ਤੇ ਲੈ ਲਈਆਂ। ਨਹੀਂ ਤੇ ਅਸੀਂ ਵੀ ਪਸ਼ੂਆਂ ਪੰਛੀਆਂ ਵਰਗੇ ਹੀ ਹਾਂ। ਆਖੋ ਸਤਨਾਮ। ਹਸਤ ਖੇਲਤ ਤੇਰੇ ਦੇਹੁਰੇ ਆਇਆ। ਵਿਅੰਗ ਨੰਬਰ 28। ਪਹਿਲਾਂ ਇੱਕ ਸ਼ਬਦ ਪੜ੍ਹ ਕੇ ਤੁਹਾਨੂੰ ਮੈਂ ਸੁਣਾਉਣ ਲੱਗਿਆ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1153 ਦੇ ਉੱਤੇ ਸੁਭਾਇਮਾਨ ਹੈ। ਤੁਸੀਂ ਖੁਦ ਵੀ ਪੜ੍ਹ ਸਕਦੇ ਹੋ, ਪਰ ਅਜਿਹੇ ਸ਼ਬਦਾਂ ਦੇ ਨਾ ਕਦੀ ਹੁਕਮਨਾਮੇ ਆਏ ਨੇ, ਨਾ ਕਦੀ ਕੀਰਤਨ ਕੀਤਾ ਗਿਆ ਤੇ ਨਾ ਕਦੀ ਕਥਾ ਕੀਤੀ ਗਈ ਹੈ। ਤੇ ਕਈ ਪ੍ਰਮਾਣ ਦੇ ਤੌਰ ਤੇ ਵੀ ਘੱਟ ਤੋਂ ਘੱਟ ਸਾਡੇ ਸਾਹਮਣੇ ਇਹੋ ਜਿਹੇ ਸ਼ਬਦ ਆਏ ਨੇ। ਜੇ ਕਿਤੇ ਸਾਹਮਣੇ ਲਿਆਂਦੇ ਵੀ ਨੇ ਤਾਂ ਇਹਨਾਂ ਦੇ ਅਰਥ ਹੋਰ ਪਾਸੇ ਲਿਜਾਏ ਗਏ ਨੇ। ਮੈਂ ਜਾਣਬੁੱਝ ਕੇ ਜਿਹੜੇ ਕਿ ਕਰਾਰੇ ਵਿਅੰਗ ਨੇ ਉਹ ਸ਼ਬਦ ਤੁਹਾਡੇ ਸਾਹਮਣੇ ਰੱਖ ਰਿਹਾ। ਲਓ ਪਹਿਲਾਂ ਇਸ ਸ਼ਬਦ ਨੂੰ ਸੁਣ ਲਵੋ ਤੇ ਫਿਰ ਆਪਾਂ ਇਹਦੇ ਭਾਵ ਅਰਥ ਨਹੀਂ ਮੈਂ ਕਰਨੇ, ਇਹਦੇ ਸਿੱਧੇ ਅੱਖਰੀ ਅਰਥ ਕਰਨੇ ਨੇ ਤਾਂ ਕਿ ਕਰਾਰੇ ਵਿਅੰਗਾਂ ਦੀ ਤੁਹਾਨੂੰ ਸਮਝ ਆ ਜਾਵੇ। ਭਾਵ ਅਰਥ ਤਾਂ ਤੁਸੀਂ ਮਨਮਰਜ਼ੀ ਦੇ ਬਹੁਤ ਲੋਕਾਂ ਤੋਂ ਸੁਣ ਲਏ। ਮੈਂ ਕੇਵਲ ਇਹ ਗੱਲ ਦੱਸਣੀ ਚਾਹੁੰਦਾ ਕਿ ਗੁਰੂ ਸਾਹਿਬ ਸਾਨੂੰ ਬੇਅੰਤ ਉਦਾਹਰਣਾਂ ਦੇ ਕੇ ਪਸ਼ੂਆਂ ਦੀਆਂ, ਪੰਛੀਆਂ ਦੀਆਂ, ਧਰਤੀ, ਆਕਾਸ਼, ਸੂਰਜ, ਚੰਦ ਤੇ ਬਹੁਤ ਚੀਜ਼ਾਂ ਦੀਆਂ ਉਦਾਹਰਣਾਂ ਦੇ ਕੇ ਫਿਰ ਮਨੁੱਖ ਨੂੰ ਕਹਿੰਦੇ ਨੇ ਭਾਈ ਦੇਖੀ ਕਿਤੇ ਤੇਰੇ 'ਚ ਕੋਈ ਕਮੀ ਨਾ ਰਹਿ ਜਾਵੇ, ਚੰਗਾ ਇਨਸਾਨ ਬਣ ਜਾਵੀਂ, ਸਿਆਣਾ ਬਣ ਜਾਵੀਂ, ਆਪਣੇ ਗੁਰੂ ਦੀ ਮੱਤ ਲੈ ਲਵੀਂ, ਅਕਲਮੰਦ ਬਣ ਜਾਵੀਂ। ਆ ਪੋਥੀ ਤੇਰੇ ਸਾਹਮਣੇ ਇਸੇ ਕਰਕੇ ਰੱਖੀ ਹੈ ਗੁਰਬਾਣੀ ਦੀ। ਧਿਆਨ ਦੇਈਂ ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਉਗਵੈ ਸੂਰ ਨਾ ਜਾਪੈ ਚੰਦ, ਜਾਂ ਗਿਆਨ ਪ੍ਰਗਾਸ ਅਗਿਆਨ ਮਿਟੰਤ। ਤੂੰ ਧਿਆਨ ਰੱਖੀ ਜਦੋਂ ਗਿਆਨ ਦਾ ਦੀਵਾ ਬਲ ਪੈਂਦਾ ਉਦੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ। ਵੇਦ ਮੈਨੇ ਹੁੰਦਾ ਵਿਦਿਆ। ਵਿਦਿਆ ਸਾਰੇ ਪਾਪਾਂ ਨੂੰ ਖਾ ਜਾਂਦੀ ਹੈ, ਭਾਵ ਕਿ ਪਾਪਾਂ ਦੇ ਜਿਹੜੇ ਡਰ ਨੇ ਮਨ ਦੇ ਵਿੱਚ ਉਹ ਮਿਟਾ ਦਿੰਦੀ ਹੈ ਤੇ ਸਹੀ ਰਾਹ ਵਿਦਿਆ ਹੀ ਦੱਸਦੀ ਹੈ। ਉਗਵੈ ਸੂਰ ਨਾ ਜਾਪੈ ਚੰਦ, ਜਦੋਂ ਸੂਰਜ ਚੜ੍ਹ ਜਾਂਦਾ ਹੈ ਉਦੋਂ ਚੰਦਰਮਾ ਨਹੀਂ ਦਿਸਦਾ, ਭਾਵ ਕਿ ਛੋਟੀਆਂ ਗੱਲਾਂ ਸਾਰੀਆਂ ਪਾਸੇ ਹੋ ਜਾਂਦੀਆਂ ਨੇ ਜਦੋਂ ਤੁਸੀਂ ਵੱਡੇ ਮਾਰ ਕੇ ਮਾਰਨ ਜੋਗੇ ਹੋ ਜਾਂਦੇ ਹੋ। ਜਾਂ ਗਿਆਨ ਪ੍ਰਗਾਸ ਅਗਿਆਨ ਮਿਟੰਤ, ਜਿੱਥੇ ਗਿਆਨ ਦਾ ਚਾਨਣ ਹੋ ਜਾਂਦਾ ਉੱਥੇ ਅਗਿਆਨਤਾ ਸਾਰੀ ਮਿਟ ਜਾਂਦੀ ਹੈ। ਤੋ ਇਹ ਚੀਜ਼ਾਂ ਸਾਡੇ ਸਾਹਮਣੇ ਨਹੀਂ ਲਿਆਂਦੀਆਂ ਗਈਆਂ। ਖੈਰ ਮੈਂ ਜਿਹੜਾ ਸ਼ਬਦ ਰੱਖਣ ਲੱਗਿਆ ਧਿਆਨ ਦਿਓ। ਪੌਣ ਪਾਣੀ ਬੈ ਸੰਤਰ ਰੋਗੀ, ਰੋਗੀ ਧਰਤ ਸੇ ਭੋਗੀ, ਮਾਤ ਪਿਤਾ ਮਾਇਆ ਦੇਸ ਰੋਗੀ, ਰੋਗੀ ਕੁਟੰਬ ਸੰਜੋਗੀ, ਰੋਗੀ ਬ੍ਰਹਮਾ ਵਿਸ਼ਨ ਸੁਰਦਰਾ, ਰੋਗੀ ਸਗਲ ਸੰਸਾਰਾ, हर पद चीन भय से मुक्ते, गुर का शब्द विचारा, रोगी सात समुंद स नदियां, खंड पताल से रोग भरे, हर के लोक से साच सुहेले,
ਸਰਬੀ ਥਾਈ ਨਦਰ ਕਰੇ। ਰੋਗੀ ਖਟ ਦਰਸ਼ਨ ਭੇਖ ਧਾਰੀ, ਨਾਨਾ ਹਠੀ ਅਨੇਕਾ। वेद कतेब करें कह बपरे, न बूझै एक एका। मिठ रस खाए सो रोग भरीजै, कंध मूल सुख नाही। नाम विसार चलै अनमार्ग, अंत काल पछताही। तीर्थ भरमै रोग न छूटस, पढ़िया बाद विवाद भया। दुबदा रोग सो अधिक बडेरा, माया का मोहताज भया। गुरमुख साचा शब्द सलाहै, मन साचा तिस रोग गया। नानक हर जन अन दिन निर्मल, जिन को कर्म निशान पया। 1153। ਹੁਣ ਇੱਥੇ ਗੁਰੂ ਸਾਹਿਬ ਦੱਸ ਰਹੇ ਨੇ, ਹੇ ਭਾਈ, ਹਵਾ, ਪਾਣੀ, ਅੱਗ ਵਗੈਰਾ ਇਹ ਸਾਰੇ ਰੋਗੀ ਨੇ। ਧਰਤੀ ਰੋਗੀ ਹੈ। ਭੋਗਾਂ ਵਿੱਚ ਸਾਰੇ ਜੀਵ ਗਰਸੇ ਹੋਏ ਨੇ। ਮਾਤਾ ਪਿਤਾ ਵੀ ਰੋਗੀ ਹਨ। ਸਾਰੇ ਮਾਇਆ ਵਿੱਚ ਗਰਕੇ ਜੀਵ ਰੋਗੀ ਹਨ। ਸਾਰੇ ਰਿਸ਼ਤੇਦਾਰ ਤੇ ਦੋਸਤ ਮਿੱਤਰ ਵੀ ਰੋਗੀ ਹਨ। ਬਰਮਾ, ਵਿਸ਼ਨੂੰ, ਸ਼ਿਵ ਆਦਿਕ ਦੇਵਤੇ ਵੀ ਸਾਰੇ ਰੋਗੀ ਨੇ। ਕੀ ਕਰੀਏ, ਸਾਰਾ ਸੰਸਾਰ ਹੀ ਰੋਗੀਆਂ ਨਾਲ ਭਰਿਆ ਪਿਆ। ਜਿਨ੍ਹਾਂ ਨੇ ਹਰੀ ਨੂੰ ਪਛਾਣ ਲਿਆ ਉਹ ਵਿਕਾਰ ਰਹਿਤ ਯਾਨੀ ਕਿ ਰੋਗਾਂ ਤੋਂ ਮੁਕਤ ਹੋ ਗਏ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸਮਝ ਲਿਆ ਉਹ ਰੋਗਾਂ ਤੋਂ ਬਚ ਗਏ। 7 ਸਮੁੰਦਰ ਰੋਗੀ ਹਨ। ਸਾਰੀਆਂ ਨਦੀਆਂ ਬਿਮਾਰ ਹਨ, ਰੋਗੀ ਹਨ। 9 ਖੰਡ ਤੇ ਪਤਾਲ ਆਦਿ ਸਭ ਰੋਗਾਂ ਵਿੱਚ ਗਰਸੇ ਹੋਏ ਹਨ। ਰੱਬ ਦੇ ਬੰਦੇ ਜੋ ਸੱਚ ਦੇ ਰਾਹ ਤੇ ਚੱਲਦੇ ਹਨ ਉਹੀ ਰੋਗ ਮੁਕਤ ਹਨ। ਉਹਨਾਂ ਨੇ ਹਰ ਥਾਂ ਪ੍ਰਭੂ ਦੀ ਕਿਰਪਾ ਉਹਨਾਂ ਤੇ ਹੁੰਦੀ ਹੈ। 6 ਸ਼ਾਸਤਰਾਂ ਨੂੰ ਮੰਨਣ ਵਾਲੇ, ਤਰ੍ਹਾਂ ਤਰ੍ਹਾਂ ਦੇ ਭੇਖ ਕਰਨ ਵਾਲੇ ਸਾਧ ਸੰਤ ਸਭ ਰੋਗੀ ਹਨ। ਹਠ ਯੋਗ ਮੰਤਰ ਜਾਪ ਵਗੈਰਾ ਕਰਨ ਵਾਲੇ ਸਭ ਬਿਮਾਰ ਹਨ। ਵੇਦ ਕਤੇਬ ਕੁਰਾਨ ਅੰਜੀਲ ਤੌਰੇਤ ਜੰਬੂਰ ਇਹ ਸਭ ਰੋਗੀ ਹੋਣ। ਧਾਰਮਿਕ ਗ੍ਰੰਥ ਤਾਂ ਬਹੁਤ ਪੜ੍ਹਦੇ ਹਨ ਪਰ ਇੱਕ ਨਿਰੰਕਾਰ ਦੀ ਸਮਝ ਕਿਸੇ ਨੂੰ ਨਹੀਂ ਹੈ। ਮਿੱਠੇ ਸਵਾਦਲੇ ਪਦਾਰਥ ਛਕਣ ਵਾਲੇ ਵੀ ਰੋਗੀ ਹਨ। ਜਿਹੜੇ ਫਲ ਫੁੱਲ ਖਾ ਕੇ ਗੁਜ਼ਾਰਾ ਕਰਦੇ ਹਨ ਉਹ ਵੀ ਮਾਨੋ ਬਿਮਾਰ ਹੀ ਹਨ। ਇਹ ਸਾਰੇ ਨਿਰੰਕਾਰ ਦੇ ਮਾਰਗ ਨੂੰ ਭੁੱਲ ਕੇ ਕੁਰਾਹੇ ਪਏ ਗਏ ਹਨ। ਇਹਨਾਂ ਨੂੰ ਅੰਤ ਵਿੱਚ ਪਛਤਾਣਾ ਪਵੇਗਾ। ਤੀਰਥਾਂ ਤੇ ਇਸ਼ਨਾਨ ਕਰਨ ਵਾਲੇ ਵੀ ਬਿਮਾਰ ਹਨ। ਜੋ ਬਹੁਤ ਪੜ ਗਏ ਉਹ ਵੀ ਵਾਦ ਵਿਵਾਦ ਵਿੱਚ ਪਾਏ ਗਏ। ਸਮਾਜ ਦਾ ਭਲਾ ਕੋਈ ਨਹੀਂ ਕੀਤਾ, ਉਹ ਵੀ ਰੋਗੀ ਨੇ। ਇਹਨਾਂ ਦੀ ਦੁਬਿਧਾ ਖਤਮ ਨਹੀਂ ਹੋਈ। ਮਾਇਆ ਦੀਆਂ ਪੰਡਾਂ ਇਕੱਠੀਆਂ ਕਰਨ ਵਾਲੇ ਉਹ ਵੀ ਰੋਗੀ ਨੇ, ਉਹਨਾਂ ਨੂੰ ਵੀ ਸੁਖ ਸ਼ਾਂਤੀ ਨਾ ਮਿਲੀ। ਗੁਰੂ ਦੀ ਮੱਤ ਲੈ ਕੇ ਚੱਲਣ ਵਾਲੇ ਮਨੁੱਖਾਂ ਦੇ ਸਾਰੇ ਰੋਗ ਖਤਮ ਹੋ ਜਾਂਦੇ ਹਨ। ਹੇ ਨਾਨਕ, ਹਰੀ ਦੇ ਸੇਵਕ ਵਿਕਾਰਾਂ ਤੋਂ ਰਹਿਤ ਹੁੰਦੇ ਹਨ, ਉਹਨਾਂ ਨੂੰ ਰੋਗ ਨਹੀਂ ਚਿੰਮਦੇ। ਇਹਨਾਂ ਦੇ ਚੰਗੇ ਕੰਮਾਂ ਵਾਲਾ ਝੰਡਾ, ਨਿਸ਼ਾਨ, ਨਿਸ਼ਾਨੀ ਹੱਥਾਂ ਵਿੱਚ ਫੜ ਲਿਆ ਹੁੰਦਾ ਹੈ। ਪਾਠਕ ਜਨੋ, ਸੋਚ ਕੇ ਵੇਖੋ ਕਿ ਇਸ ਸ਼ਬਦ ਦੇ ਇਸ ਤਰ੍ਹਾਂ ਸਿੱਧੇ ਅਰਥ ਕੀਤੇ ਜਾ ਸਕਦੇ ਹਨ, ਭਾਵ ਅਰਥ ਕਰਨੇ ਪੈਣਗੇ। ਗੁਰੂ ਸਾਹਿਬ ਵੱਲੋਂ ਸਾਰਿਆਂ ਤੇ ਇਹ ਕਰਾਰਾ ਵਿਅੰਗ ਹੈ ਤੇ ਇਸ ਵਿਅੰਗ ਨੂੰ ਸਮਝਣਾ ਹੈ ਕਿ ਅਸੀਂ ਅੱਜ ਕਿਵੇਂ ਕੰਮ ਕਰਨਾ ਹੈ, ਰੋਗ ਮੁਕਤ ਕਿਵੇਂ ਹੋਣਾ ਹੈ। ਜਿਹੜੀਆਂ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗੀਆਂ ਨੇ, ਮਾਨਸਿਕ ਅਤੇ ਸਰੀਰਕ, ਉਹਨਾਂ ਤੋਂ ਛੁਟਕਾਰਾ ਕਿਵੇਂ ਪਾਉਣਾ ਹੈ। ਇੱਥੇ ਤਾਂ ਸਾਡੇ ਲੀਡਰ, ਸਾਡੇ ਧਰਮ ਪ੍ਰਚਾਰਕ, ਸਾਡੇ ਲਿਖਾਰੀ ਸਾਰਿਆਂ ਦੀ ਗਿਣਤੀ ਕਰ ਦਿੱਤੀ। ਧਰਤੀ ਆਕਾਸ਼ ਪਤਾਲ ਤੱਕ ਵੀ ਗਿਣ ਦਿੱਤਾ। ਦੇਵੀ ਦੇਵਤੇ ਵੀ ਵਿੱਚ ਲਿਆਂਦੇ। ਉਹ ਭਾਈ ਉਹਨਾਂ ਦੇ ਵਿੱਚ ਵੀ ਕੋਈ ਨਾ ਕੋਈ ਐਬ ਹੈ, ਔਗਣ ਹੈ, ਉਹ ਵੀ ਰੋਗੀ ਨੇ ਤੇ ਉਹ ਵੀ ਆਪਣੇ ਆਪ ਨੂੰ ਰੋਗ ਮੁਕਤ ਨਹੀਂ ਕੀਤਾ। ਘੱਟੋ ਘੱਟ ਇੰਨੀਆਂ ਉਦਾਹਰਣਾਂ ਤੋਂ ਬਾਅਦ ਤੁਸੀਂ ਤੇ ਰੋਗ ਮੁਕਤ ਹੋ ਜਾਓ। ਤੁਸੀਂ ਤਾਂ ਗਲਤੀਆਂ ਨਾ ਕਰੋ। ਤੁਸੀਂ ਤਾਂ ਚੰਗੇ ਇਨਸਾਨ ਬਣ ਕੇ ਸਮਾਜ ਦੇ ਵਿੱਚ ਚਾਨਣ ਮੁਨਾਰਾ ਬਣ ਜਾਓ। ਤੁਸੀਂ ਤਾਂ ਸਮਾਜ ਦੇ ਵਿੱਚ ਇੱਕ ਸੂਰਜ ਦੀ ਨਿਆਈ ਸਭ ਨੂੰ ਰੌਸ਼ਨੀ ਦੇਣ ਵਾਲੇ ਬਣ ਜਾਓ ਤੇ ਇੱਕ ਲੋਕੀ ਉਦਾਹਰਨਾਂ ਦੇਣ ਕਿ ਆਹ ਬੰਦਾ ਤਾਂ ਬਹੁਤ ਕਮਾਲ ਹੈ, ਵੀ ਇਹਨੇ ਤਾਂ ਹੱਦ ਹੀ ਕਰਤੀ, ਇੰਨਾ ਵਧੀਆ ਗੁਣਵਾਨ ਇਨਸਾਨ ਇਹ ਕਿਵੇਂ ਬਣ ਗਿਆ। ਤੁਹਾਡੇ ਤੇ ਗੁਰਸਿੱਖਾਂ ਤੇ ਇਹੋ ਜੀ ਆਸ ਲੋਕਾਂ ਨੂੰ ਸੀ ਤੇ ਹੋਣੀ ਚਾਹੀਦੀ ਹੈ। ਆਪਾਂ ਗੁਰਬਾਣੀ ਨੂੰ ਮੰਨਣ ਪੜ੍ਹਨ ਵਾਲਿਆਂ ਨੇ ਇਹੋ ਜਿਹੇ ਬਣਨ ਦਾ ਉਪਰਾਲਾ ਕਰਨਾ ਹੈ। ਗੁਰੂ ਸਾਹਿਬ ਨੇ ਇਹ ਕੇਵਲ ਵਿਅੰਗ ਨਹੀਂ ਕੀਤੇ ਬਲਕਿ ਸਾਨੂੰ ਸੁਧਾਰਨ ਵਾਸਤੇ ਕਰਾਰੀਆਂ ਚੋਟਾਂ ਮਾਰੀਆਂ ਨੇ ਜੇ ਸਾਡੇ ਹੋਸ਼ ਟਿਕਾਣੇ ਆ ਜਾਣ। ਆਖੋ ਸਤਨਾਮ। ਵਿਅੰਗ ਨੰਬਰ 29 ਹਸਤ ਖੇਲਤ ਤੇਰੇ ਦੇਹੁਰੇ ਆਇਆ। ਸਾਨੂੰ ਗੁਰੂ ਸਾਹਿਬ ਨੇ
ਵਿਦਵਾਨ ਬਣਾਉਣਾ, ਅਕਲਮੰਦ ਬਣਾਉਣ ਦਾ ਉਪਰਾਲਾ ਕੀਤਾ ਸੀ। ਗੁਰਬਾਣੀ ਦੇ ਵਿੱਚੋਂ ਅਸੀਂ ਰੋਜ਼ਾਨਾ ਇਹ ਪੰਕਤੀਆਂ ਸੁਣ ਲੈਂਦੇ ਹਾਂ, ਪਰ ਇਹਨਾਂ 'ਤੇ ਅਸਰ ਅਮਲ ਕੋਈ ਵਿਰਲਾ ਹੀ ਕਰਦਾ। ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵੈ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। हे ਭਾਈ, ਇਹ ਪੋਥੀ ਜਿਹੜੀ ਤੁਹਾਨੂੰ ਅਸੀਂ ਦੇ ਰਹੇ ਹਾਂ ਵਿੱਦਿਆ ਦਾ, ਇਹਦੇ 'ਚ ਭੰਡਾਰਾ ਹੈ, ਗਿਆਨ ਦਾ ਖਜ਼ਾਨਾ ਹੈ। ਇਹਨੂੰ ਪੜ੍ਹਿਆ ਕਰੋ, ਸਮਝਿਆ ਕਰੋ, ਜ਼ਿੰਦਗੀ 'ਚ ਲਾਗੂ ਕਰਿਆ ਕਰੋ। ਹੋਰ ਕੋਈ ਵਿੱਦਿਆ ਸਮਾਜ ਦੇ ਵਿੱਚ ਉਹਨਾਂ ਸਮਿਆਂ 'ਚ ਨਹੀਂ ਸੀ। ਇਸ ਗੁਰਬਾਣੀ ਰੂਪੀ ਪੋਥੀ ਤੋਂ ਹੀ ਸਿੱਖ ਸੇਧ ਲੈਂਦੇ ਸਨ, ਅਕਲਮੰਦ ਬਣਦੇ ਸਨ, ਜ਼ਿੰਦਗੀ ਜਿਉਣ ਦੇ ਢੰਗ ਤਰੀਕੇ ਸਿੱਖਦੇ ਸਨ। ਨਹੀਂ ਤਾਂ ਪਹਿਲਾਂ ਬਹੁਤ ਸਾਰਾ ਖਿਲਾਰਾ ਪੁਜਾਰੀਆਂ ਨੇ ਖਿਲਾਰਿਆ ਹੋਇਆ ਸੀ। ਵਰਤ ਰੱਖਣੇ, ਤੀਰਥਾਂ 'ਤੇ ਭਟਕਣਾ, ਦਾਨ ਪੁੰਨ ਕਰਨਾ ਤੇ ਜਾਤ ਪਾਤ ਨੂੰ ਮੰਨਣਾ, ਔਰਤ ਨੂੰ ਨੀਵੀਂ ਸਮਝਣਾ, ਤੇ ਇੱਥੋਂ ਤੱਕ ਪੁਜਾਰੀਆਂ ਦੇ ਆਖੇ ਲੱਗ ਕੇ ਆਪਣਾ ਸਾਰਾ ਕੁਝ ਦਾਨ ਪੁੰਨ ਕਰਨ ਤੋਂ ਬਾਅਦ ਆਰੇ ਨਾਲ ਸਰੀਰ ਚਰਵਾ ਲੈਣਾ, ਇਹ ਵੀ ਪ੍ਰਚਲਿਤ ਕੀਤਾ ਹੋਇਆ ਸੀ। ਔਰਤਾਂ ਨੂੰ ਪਤੀ ਦੇ ਮਰਨ ਤੇ ਚਿਖਾ ਦੇ ਵਿੱਚ ਸਾੜ ਦੇਣਾ, ਜਿਹਨੂੰ ਸਤੀ ਕਰਨਾ ਕਹਿੰਦੇ ਸੀ। ਇਹ ਸਾਰਾ ਕੁਝ ਸਾਡੇ ਸਿਰ ਤੋਂ ਲਾਉਣ ਵਾਸਤੇ ਗੁਰੂ ਸਾਹਿਬ ਨੇ ਇਹ ਪੋਥੀ ਪਰਮੇਸ਼ਰ ਕਾ ਥਾਨ ਗੁਰਬਾਣੀ ਲਿਖੀ ਸੀ ਤੇ ਸਾਨੂੰ ਦਿੱਤੀ ਸੀ, ਤੇ ਅਸੀਂ ਇਹਨੂੰ ਨਹੀਂ ਸਮਝਿਆ। ਇੱਥੋਂ ਤੱਕ ਗੁਰਬਾਣੀ ਤੇ ਕਹਿ ਰਹੀ ਹੈ, ਸੱਤੀ ਪਹਿਰੀ ਸਤ ਭਲਾ, ਬਈਐ ਪੜ੍ਹਿਆ ਪਾਸ, ਉਥੈ ਪਾਪ ਪੁੰਨ ਵਿਚਾਰੀਐ, ਕੂੜੈ ਘਟੈ ਰਾਸ। ਉਹ ਭਾਈ, ਸਦਾ ਹੀ ਹਰ ਵਕਤ ਵਿਦਵਾਨਾਂ ਦੀ ਸੰਗਤ ਕਰਿਆ ਕਰੋ, ਆਪ ਵਿਦਵਾਨ ਬਣ ਜਾਵੋ, ਆਪਣੇ ਜੀਵਨ ਨੂੰ ਅਕਲ ਨਾਲ ਜੀਵੋ ਤੇ ਆਪਣੀਆਂ ਜ਼ਿੰਮੇਵਾਰੀਆਂ ਚੁੱਕੋ। ਆਪਣੇ ਅੰਦਰ ਬੈਠਾ ਰੱਬ ਵੇਖੋ, ਪਰਖੋ, ਤੇ ਤੁਸੀਂ ਹੀ ਰੱਬ ਦਾ ਰੂਪ ਬਣ ਜਾਵੋਗੇ। ਤੁਸੀਂ ਜਦੋਂ ਇਹ ਕਹਿੰਦੇ ਹੋ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭਉ ਕੇਹਾ ਕਾੜਾ ਜੀਓ। ਜਦੋਂ ਪ੍ਰਮਾਤਮਾ ਸਾਡਾ ਪਿਤਾ, ਮਾਤਾ, ਭੈਣ, ਭਰਾ, ਸਾਰਾ ਕੁਝ ਰੱਬ ਹੈ, ਤੇ ਅਸੀਂ ਫਿਰ ਉਹਦੇ ਰਿਸ਼ਤੇਦਾਰੀ ਹੋਏ, ਉਹਦੇ ਧੀਆਂ ਪੁੱਤਰ ਹੋਏ, ਤੇ ਫਿਰ ਉਹਦੇ ਵਰਗੇ ਨਹੀਂ ਹੋਵਾਂਗੇ ਤੇ ਹੋਰ ਕੀ ਹੋਵਾਂਗੇ। ਧਰਤੀ ਦੇ ਉੱਤੇ ਅਸੀਂ ਆਪ ਆਪਣੀਆਂ ਜ਼ਿੰਮੇਵਾਰੀਆਂ ਚੁੱਕਣੀਆਂ ਨੇ। ਉਹ ਸਾਡਾ ਅੰਦਰ ਬੈਠਾ ਜੋ ਅਸੀਂ ਵਰਤਿਆ ਨਹੀਂ, ਉਹ ਦਿਮਾਗ ਹੈ, ਉਹ ਗੁਰਬਾਣੀ ਰਾਹੀਂ, ਵਿਦਿਆ ਰਾਹੀਂ ਉਹਨੂੰ ਵਰਤੋਂ ਕਰਨਾ ਸਿੱਖਣਾ ਹੈ। ਸੱਤੀ ਪਹਿਰੀ ਸਤ ਭਲਾ, ਬਈਐ ਪੜ੍ਹਿਆ ਪਾਸ, ਉਥੈ ਪਾਪ ਪੁੰਨ ਵਿਚਾਰੀਐ, ਕੂੜੈ ਘਟੈ ਰਾਸ। ਕੂੜ, ਕੁਫਰ, ਵਿਕਾਰ, ਗਲਤੀਆਂ, ਇਹ ਸਭ ਦੂਰ ਹੋ ਜਾਣਗੀਆਂ ਜੇ ਤੁਸੀਂ ਵਿਦਵਾਨਾਂ ਦੀ ਸੰਗਤ ਕਰੋਗੇ, ਭਾਵ ਕਿ ਚੰਗੇ ਇਨਸਾਨਾਂ ਦੀ ਸੰਗਤ ਕਰੋਗੇ। ਹੁਣ ਇੱਥੇ 29 ਨੰਬਰ ਵਿਅੰਗ ਦੇ ਵਿੱਚ ਗੁਰਬਾਣੀ ਦੇ ਵਿੱਚੋਂ ਮੈਂ ਇੱਕ ਸ਼ਬਦ ਤੁਹਾਡੇ ਸਾਹਮਣੇ ਰੱਖਣ ਲੱਗਿਆ। ਇਹ ਹੈ ਸਫਾ 540 ਦੇ ਉੱਤੇ ਸੁਭਾਏਮਾਨ ਹੈ। ਗੁਰੂ ਸਾਹਿਬ ਕਹਿ ਰਹੇ ਨੇ, ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ, ਪੌਣ ਪਾਣੀ ਬੈ ਸੰਤਰੋ ਮੇਰੀ ਜਿੰਦੜੀਏ, ਨਿਤ ਹਰ 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 ਜਸ ਗਾਵੈ ਰਾਮ, ਵਣ ਤ੍ਰਿਣ ਸਭ ਆਕਾਰ ਹੈ ਮੇਰੀ ਜਿੰਦੜੀਏ, ਮੁਖ ਹਰ ਹਰ ਨਾਮ ਧਿਆਵੈ ਰਾਮ, ਨਾਨਕ ਤੇ ਹਰ ਹਰ ਦਰ ਪੈਨਾਈਐ ਮੇਰੀ ਜਿੰਦੜੀਏ, ਜੋ ਗੁਰਮੁਖ ਭਗਤ ਮਨ ਲਾਵੈ ਰਾਮ। ਹੁਣ ਇੱਥੇ ਆਪਾਂ ਕੇਵਲ ਅੱਖਰੀ ਅਰਥ ਕਰ ਰਹੇ ਹਾਂ। ਹੇ ਭਾਈ, ਧਰਤੀ, ਪਤਾਲ ਤੇ ਆਕਾਸ਼ ਸਭ ਹਰੀ ਦਾ ਨਾਮ ਸਿਮਰ ਰਹੇ ਹਨ। ਹਵਾ, ਪਾਣੀ ਤੇ ਅੱਗ, ਇਹ ਵੀ ਹਰੀ ਦਾ ਜਸ ਵਡਿਆਈ ਗਾ ਰਹੇ ਨੇ। ਜੰਗਲ, ਘਾਹ ਅਤੇ ਜੋ ਦਿਸਦੇ ਆਕਾਰ ਵਾਲੀਆਂ ਵਸਤੂਆਂ ਹਨ, ਸਭ ਆਪਣੇ ਮੂੰਹ ਨਾਲ ਰੱਬ ਨੂੰ ਧਿਆ ਰਹੇ ਹਨ। ਹੇ ਨਾਨਕ, ਜੋ ਹਰੀ ਨੂੰ ਯਾਦ ਕਰਦੇ ਹਨ, ਉਹਨਾਂ ਨੂੰ ਉਸ ਵੱਲੋਂ ਸਨਮਾਨ ਬਖਸ਼ਿਆ ਜਾਂਦਾ ਹੈ। ਜੋ ਗੁਰੂ ਦੇ ਆਖੇ ਢੰਗ ਨਾਲ, ਨਿਰੰਕਾਰ ਨਾਲ ਆਪਣਾ ਮਨ ਜੋੜਦੇ ਹਨ, ਉਹੀ ਪ੍ਰਵਾਨ ਕੀਤੇ ਜਾਂਦੇ ਹਨ। ਪਾਠਕ ਇੱਥੇ ਧਿਆਨ ਦੇਣ, ਧਰਤੀ, ਆਕਾਸ਼, ਪਤਾਲ ਕਿਵੇਂ ਨਿਰੰਕਾਰ ਨੂੰ ਸਿਮਰ ਸਕਦੇ ਹਨ? ਹਵਾ, ਪਾਣੀ ਤੇ ਅਗਨੀ ਕਿਵੇਂ ਸਿਮਰਨ ਕਰਦੇ ਹਨ? ਜੰਗਲ ਤੇ ਘਾਹ, ਬੂਟੇ ਵਗੈਰਾ ਸਭ ਆਪਣੇ ਮੂੰਹ ਨਾਲ ਨਾਮ ਧਿਆਉਂਦੇ ਹਨ, ਪਰ ਇਹਨਾਂ ਦੇ ਤਾਂ ਮੂੰਹ ਆਦ ਹੈ ਹੀ ਨਹੀਂ, ਫਿਰ ਇਹ ਕਿਵੇਂ ਨਾਮ ਧਿਆਉਂਦੇ ਹਨ? ਪਿੱਛੇ ਤੁਸੀਂ ਇੱਕ ਸ਼ਬਦ ਵਿੱਚ ਪੜ੍ਹ ਚੁੱਕੇ ਹੋ ਕਿ ਧਰਤੀ, ਆਕਾਸ਼, ਪਤਾਲ ਸਾਰੇ ਰੋਗੀ ਹਨ। ਜੇ ਸਾਰੇ ਬਿਮਾਰ ਹਨ ਤਾਂ ਉਹਨਾਂ ਨਾਲ ਸਾਡਾ ਕੀ ਸੰਬੰਧ ਹੈ? ਉਹ ਤਾਂ ਸਾਨੂੰ ਵੀ ਬਿਮਾਰ ਕਰ ਦੇਣਗੇ। ਇਸ ਸੰਬੰਧ ਵਿੱਚ ਆਖ ਦਿੱਤਾ, ਸਿਮਰਨ ਕਰਦੇ ਹਨ।
इस शब्द विच गुरु साहब ने कह दिता कि वो सारे सिमरन करते हैं। है ना अजीब जिहा गोरख धंधा। पहला हस लवो, खुश हो लवो, फिर असली विचार वल आउंदे हां। दरअसल गल इउं है कि पौण पानी हवा आदि सारे अपने जिम्मे लगी सेवा निर्विघन निभा रहे हैं, अपनी जिम्मेवारियां पूरियां कर रहे हैं। जिहो जिही सेवा तुसी लैनी चाहुंदे हो ਉਹ सेवा करन वास्ते सदा तैयार ने। यही है इन्हां दा सिमरन करना। साडे जिवें सानू चौंकड़े मार के अखां मीट के बिठा दिता है, जे धरती अग हवा पानी सूरज चंद आदिक भी किते एक थां ते टिक के बह जाण ते सिमरन करन लग पैण ते इत्थे परलो आ जानी है। कोई जीव जंतु जीवित नहीं रहना। पता नहीं पत्थर युग हो जाना है, पता नहीं सारे किते अग लग जानी है, पता नहीं पानियों पानी हो जाना है, कुछ भी पता नहीं। जे किते सारे अपनी जिम्मेवारी तो भज जाण तां इत्थे कुछ भी नहीं रहेगा। सो गुरु साहब का मकसद है कि ये जिहड़ा सिमरन करते ने ये अपनी जिम्मेवारी निर्विघन निभा रहे ने। हे इंसान तू भी अपनी जिम्मेवारी निभाउणी सिख लै, तू वेलड़ ना बन के बैठ जा, बेअकल ना बैठ जा। तो ये जिहड़ा करारे व्यंग ने सानू समझाउण वास्ते ने। असीं इन्हां ते चाहे हस लईए ते चाहे दुखी हो लईए, ये साडी मर्जी है। आखो सतनाम। हस्त खेलत तेरे देहरे आया। व्यंग नंबर 30। पहला गुरबाणी की पंक्ति तुहाडे सन्मुख रखण लग्या हाँ, जो शब्द 780 पन्ने के उत्ते सभाईमान है। कर किरपा मेरे प्रीतम स्वामी, नेत्र देखां दरस तेरा राम। लाख जीवा देह मेरे प्यारे, मुख हर आराधे मेरा राम। कोट करन दीजै प्रभ प्रीतम, हर गुण सुनिए अबनासी राम। सुन सुन ए मन निर्मल होवै, कटिया काल की फांसी राम। हुण इत्थे जे तां होवे सानू ज्ञान अकल, फिर तां इन्हां शब्दां दी सानू समझ आवेगी। ते जां ये कह लीए पहलां जे साडे कोले कुछ अकल है तां होर अकल दे विच वाधा हो सकदा है। भी जिहड़ा पहलां ही पूर्ण तौर ते पत्थर टाइप इंसान है, जिहदे कोले अकल दा खाना ही नहीं है, ਉਹਨੂੰ ਸਮਝਾਉਣ ਦੇ ਬਾਵਜੂਦ ਵੀ ਕੁਝ ਸਮਝ ਨਹੀਂ ਆਉਣੀ, ਉਹਦਾ ਦਿਮਾਗ 'ਚ ਵਾਧਾ ਨਹੀਂ ਹੋਣਾ, ਕਿਉਂਕਿ ਦਿਮਾਗ ਉਹਦਾ ਚੱਲਿਆ ਹੀ ਨਹੀਂ ਹੈ। ਇੱਥੇ ਤਾਂ ਅਸੀਂ ਨਿੱਤ ਪੜ੍ਹਦੇ ਸੁਣਦੇ ਹਾਂ ਜਿਹੜੇ ਗੁਰਬਾਣੀ ਦੇ ਨਾਲ ਜੁੜੇ ਹੋਏ ਨੇ, ਤੇ ਗੁਰਬਾਣੀ ਤੇ ਕਹਿ ਰਹੀ ਹੈ ਗੁਰਬਾਣੀ ਗਾਵੋ ਭਾਈ, ਉਹ ਸਰਬ ਸਦਾ ਸੁਖ ਦਾਈ। ਭਾਈ ਗੁਰਬਾਣੀ ਨੂੰ ਗਾਓ। ਇੱਥੇ ਗਾਉਣ ਦਾ ਮਤਲਬ ਇਹ ਨਹੀਂ ਕਿ ਢੋਲਕੀਆਂ ਚਿਮਟੇ ਵਾਜੇ ਜੋੜੀਆਂ ਲੈ ਕੇ ਉਹਨੂੰ ਗਾਉਣਾ ਸ਼ੁਰੂ ਕਰ ਦੇਣਾ, ਥਾਂ ਥਾਂ ਤੇ ਕੀਰਤਨ ਦੀਵਾਨ ਸਜਾਉਣੇ ਸ਼ੁਰੂ ਕਰ ਦੇਣੇ ਨੇ। ਇਹ ਤਾਂ ਗਾਵੋ ਸੁਣੋ ਪੜ੍ਹੋ ਨਿਤ ਭਾਈ। ਇੱਥੇ ਗਾਵੋ ਸੁਣੋ ਪੜ੍ਹੋ ਵੀ ਲਿਖਿਆ ਹੋਇਆ ਹੈ। ਇੱਥੇ ਗੁਰੂ ਦਾ ਸ਼ਬਦ ਸਭ ਤੋਂ ਉੱਤਮ ਹੈ, ਇਹ ਵੀ ਗੁਰਬਾਣੀ 'ਚ ਲਿਖਿਆ ਹੋਇਆ ਹੈ। ਕਥਾ ਸਭ ਤੋਂ ਉੱਤਮ, ਇਹ ਵੀ ਲਿਖੀ ਹੋਈ ਹੈ। ਕੀਰਤਨ ਸਭ ਤੋਂ ਉੱਤਮ, ਇਹ ਵੀ ਲਿਖਿਆ ਹੋਇਆ ਹੈ। ਗੱਲ ਕੀ ਗੁਰਬਾਣੀ ਦੇ ਉਪਦੇਸ਼ ਨੂੰ ਸਮਝਣਾ ਹੈ। ਜੋ ਗੁਰੂ ਸਾਹਿਬ ਸਾਨੂੰ ਸਮਝਾ ਕੇ ਚੰਗਾ ਇਨਸਾਨ ਬਣਾਉਣਾ ਚਾਹੁੰਦੇ ਨੇ, ਉਹ ਆਪਣੇ ਹਿਰਦੇ 'ਚ ਗੱਲ ਵਸਾਉਣੀ ਹੈ। ਗੁਰਬਾਣੀ ਗਾਵੋ ਭਾਈ, ਉਹ ਸਰਬ ਸਦਾ ਸੁਖਦਾਈ। ਗੱਲ ਤਾਂ ਸੀ ਕਿ ਗੁਰਬਾਣੀ ਨੂੰ ਗਾ ਕੇ ਤੁਸੀਂ ਆਪਣੇ ਵਿਕਾਰਾਂ ਨੂੰ, ਐਬਾਂ ਨੂੰ ਦੂਰ ਕਰੋ, ਜ਼ਿੰਦਗੀ ਦੀਆਂ ਰੁਕਾਵਟਾਂ ਨੂੰ ਦੂਰ ਕਰੋ ਤੇ ਸਫਲ ਇਨਸਾਨ ਬਣਨ ਦੇ ਰਾਹ ਪੈ ਜਾਵੋ। ਹੋਰ ਬਹੁਤ ਕੁਝ ਤੁਸੀਂ ਫਿਰ ਪ੍ਰਾਪਤ ਕਰ ਲਵੋਗੇ ਜੇ ਤੁਸੀਂ ਗੁਰੂ ਦੀ ਮੱਤ ਲੈ ਕੇ ਅਕਲਮੰਦ ਬਣ ਗਏ ਤਾਂ। ਕਿਸੇ ਸਿਆਣੇ ਵਿਦਵਾਨ ਦਾ ਕਥਨ ਹੈ, ਕਹਿੰਦੇ ਨੇ 100 ਤਾਲਿਆਂ ਦੀ ਇੱਕੋ ਚਾਬੀ ਮਾਸਟਰ ਕੀ ਹੋ ਸਕਦੀ ਹੈ, ਤੇ 100 ਤਾਲਿਆਂ ਨੂੰ ਇੱਕੋ ਚਾਬੀ ਨਾਲ ਖੋਲ੍ਹਿਆ ਜਾ ਸਕਦਾ ਹੈ। ਉਹ ਚਾਬੀ ਭਲਾ ਕਿਹੜੀ ਹੈ ਇੱਕੋ? ਹੈਰਾਨ ਹੋਵੇਗਾ ਸੁਣਨ ਵਾਲਾ ਕਿ ਉਹ ਚਾਬੀ ਤਾਂ ਮੇਰੇ ਕੋਲ ਵੀ ਚਾਹੀਦੀ ਹੈ। ਜਿੱਥੇ ਕਿਸੇ ਦੇ ਤਾਲਾ ਲੱਗਿਆ ਹੋਵੇ ਘਰ ਨੂੰ, ਮੈਂ ਖੋਲ੍ਹ ਕੇ ਅੰਦਰ ਵੜ ਜਾਵਾਂ, ਮਨਮਾਨੀਆਂ ਕਰਾਂ, ਚੋਰੀ ਕਰਾਂ, ਜੋ ਮਨ ਆਵੇ ਕਰਾਂ। ਤੋ ਉਹ ਚਾਬੀ ਅਸਲ ਦੇ ਵਿੱਚ ਅਕਲ ਦੀ ਚਾਬੀ ਹੈ। ਇੱਥੇ ਅਕਲ ਨੂੰ ਚਾਬੀ ਆਖਿਆ ਕਿ ਜੇ ਕਿਤੇ ਸਾਡੇ ਕੋਲੇ ਅਕਲ ਹੋਵੇ ਤਾਂ ਸਾਰੇ ਰੁਕਾਵਟਾਂ ਨੇ ਜਿਹੜੀਆਂ ਜ਼ਿੰਦਗੀ ਦੀਆਂ, ਉਹਨਾਂ 'ਤੇ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ। ਉਹਨਾਂ ਰੁਕਾਵਟਾਂ ਨੂੰ ਪਰੇ ਕੀਤਾ ਜਾ ਸਕਦਾ ਹੈ। ਔਕੜਾਂ ਤੋਂ ਬਚਿਆ ਜਾ ਸਕਦਾ ਹੈ। ਮੁਸੀਬਤਾਂ ਤੋਂ, ਹਾਰਾਂ ਤੋਂ ਬਚਿਆ ਜਾ ਸਕਦਾ ਹੈ। ਘਾਟੇ ਪੈਣ ਤੋਂ, ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਜੇ ਸਾਡੇ ਕੋਲੇ ਅਕਲ ਹੈ
ਤੇ ਅਕਲ ਦੇ ਮੁਤਾਬਕ ਸਹੀ ਫੈਸਲੇ ਲੈਣ ਦੀ ਯੋਗਤਾ ਜੇ ਸਾਡੇ ਅੰਦਰ ਪੈਦਾ ਹੋ ਗਈ ਹੈ ਤਾਂ। ਇੱਥੇ ਗੁਰੂ ਸਾਹਿਬ ਸਾਨੂੰ ਕਹਿ ਰਹੇ ਨੇ, ਜਿਹੜਾ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ, ਨੇਤਰ ਦੇਖਾਂ ਦਰਸ ਤੇਰਾ ਰਾਮ। हे ਪ੍ਰਭੂ ਜੀ, ਮੇਰੇ ਤੇ ਕਿਰਪਾ ਕਰ ਦਿਓ, ਅਜਿਹੀ ਮੱਤ ਦਿਓ ਕਿ ਅੱਖਾਂ ਕੇਵਲ ਤੇਰਾ ਹੀ ਦਰਸ਼ਨ ਵੇਖਣ। ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ, ਅਕਾਲ ਪੁਰਖ ਦਾ ਸਰੀਰ ਹੈ ਕੋਈ ਨਹੀਂ, ਤੇ ਗੁਰੂ ਸਾਹਿਬ ਕਹਿ ਰਹੇ ਨੇ ਤੇਰਾ ਦਰਸ਼ਨ ਮੈਂ ਆਪਣੀਆਂ ਅੱਖਾਂ ਨਾਲ ਸਦਾ ਵੇਖਦਾ ਰਵਾਂ। ਜਦੋਂ ਸਰੀਰ ਹੀ ਕੋਈ ਨਹੀਂ ਤਾਂ ਅੱਖਾਂ ਨਾਲ ਦਰਸ਼ਨ ਉਹਦਾ ਕਿਵੇਂ ਹੋਵੇਗਾ? ਤੇ ਗੁਰੂ ਸਾਹਿਬ ਕਹਿ ਰਹੇ ਨੇ ਮੈਨੂੰ ਇੱਕ ਜੀਭ ਦੀ ਥਾਂ ਲੱਖਾਂ ਜੀਭਾਂ ਦੇ ਦਿਓ ਤਾਂ ਕਿ ਮੈਂ ਨਿਰਵਿਘਨ ਤੇਰਾ ਸਿਮਰਨ ਕਰਦਾ ਰਵਾਂ, ਲੱਖਾਂ ਜੀਭਾਂ ਨਾਲ ਤੇਰਾ ਹੀ ਨਾਮ ਜਪਦਾ ਰਵਾਂ। ਇਹ ਮੰਗ ਕਦੇ ਪੂਰੀ ਹੋ ਸਕਦੀ ਹੈ? ਭਾਵੇਂ ਲੱਖ ਵਾਰੀ ਕਰੋੜਾਂ ਵਾਰੀ ਤੁਸੀਂ ਭਗਤੀ ਤਪੱਸਿਆ ਨਾਮ ਸਿਮਰਨ ਕਰਦੇ ਰਹੋ, ਪੁੱਠੇ ਲਟਕਦੇ ਰਹੋ, ਮੁਸੀਬਤਾਂ ਝੱਲਦੇ ਰਹੋ, ਤੇ ਤੁਸੀਂ ਜਿੰਨਾ ਮਰਜ਼ੀ ਰੱਬ ਜੀ ਅੱਗੇ ਬੇਨਤੀਆਂ ਅਰਦਾਸਾਂ ਕਰਦੇ ਰਹੋ, ਪਰ ਇੱਕ ਬੰਦੇ ਦੇ ਲੱਖਾਂ ਜੀਭਾਂ ਨਹੀਂ ਲੱਗ ਸਕਦੀਆਂ। ਤੇ ਰੱਬ ਜੇ ਕਿਤੇ ਗਲਤੀ ਕਰ ਲਵੇ, ਲੱਖਾਂ ਜੀਭਾਂ ਲਾ ਦੇਵੇ, ਪਰ ਲਾਵੇਗਾ ਕਿੱਥੇ? ਮੂੰਹ ਤਾਂ ਛੋਟਾ ਜਿਹਾ ਹੈ, ਲੱਖਾਂ ਜੀਭਾਂ ਤਾਂ ਇਹਦੇ ਵਿੱਚ ਫਿੱਟ ਹੀ ਨਹੀਂ ਆਉਣੀਆਂ। ਕੀ ਹਾਲਤ ਹੋਵੇਗੀ ਬੰਦੇ ਦੀ ਫਿਰ? ਸੋ ਇਹ ਕੇਵਲ ਗੱਲਾਂ ਸਮਝਾਉਣ ਵਾਸਤੇ ਹੁੰਦੀਆਂ ਨੇ। ਹੇ ਰੱਬ ਜੀ, ਮੈਨੂੰ ਕਰੋੜਾਂ ਕੰਨ ਬਖਸ਼ ਦਿਓ ਤਾਂ ਕਿ ਮੈਂ ਸਦਾ ਤੁਹਾਡੀ ਸਿਫਤ ਸਲਾਹ ਸੁਣਦਾ ਰਹਾਂ। ਕੀ ਕਰੋੜਾਂ ਕੰਨ ਸਰੀਰ ਨੂੰ ਲਾਏ ਜਾ ਸਕਦੇ ਨੇ? ਪਰ ਗੁਰੂ ਸਾਹਿਬ ਤਾਂ ਰੱਬ ਤੋਂ ਕਰੋੜਾਂ ਕੰਨ ਮੰਗ ਰਹੇ ਨੇ। ਤੇ ਅਜੀਬ ਨਹੀਂ ਮੰਗ ਹੈਗੀ ਇਹ? ਜਿਹੜੀ ਪੂਰੀ ਨਾ ਹੋ ਸਕਦੀ ਹੋਵੇ ਉਹ ਚੀਜ਼ ਮੰਗੀ ਹੀ ਕਿਉਂ ਜਾਵੇ? ਤੇ ਗੁਰੂ ਸਾਹਿਬ ਨੂੰ ਨਹੀਂ ਪਤਾ ਸੀ ਇਸ ਗੱਲ ਦਾ ਕਿ ਮੈਂ ਜਿਹੜੀ ਗੱਲ ਚੀਜ਼ ਮੰਗ ਰਿਹਾ ਇਹ ਤੇ ਹੈ ਹੀ ਗਲਤ। ਗੁਰੂ ਪਿਆਰ ਵਾਲਿਓ, ਇਹ ਕੁਝ ਗੱਲਾਂ ਸਮਝਾਉਣ ਦੇ, ਆਪਣੇ ਮਨ ਦੇ ਬਲਬਲੇ ਪ੍ਰਗਟ ਕਰਨ ਦੇ ਕੁਝ ਤਰੀਕੇ ਹੁੰਦੇ ਨੇ। ਨਾਮ ਸੁਣਨ ਨਾਲ ਮੇਰਾ ਮਨ ਮੈਲ ਤੋਂ ਰਹਿਤ ਹੋ ਜਾਵੇ, ਮੌਤ ਦਾ ਫੰਦਾ ਕੱਟਿਆ ਜਾਵੇ, ਮੈਂ ਇਹੋ ਮੰਗ ਕਰਦਾ ਹਾਂ। ਕੀ ਇਹ ਸੰਭਵ ਹੈ ਕਿ ਮਨੁੱਖ ਕੇਵਲ ਹਰੀ ਨੂੰ ਵੇਖੇ, ਹੋਰ ਕਿਸੇ ਨੂੰ ਨਾ ਵੇਖੇ? ਨਾਲੇ ਪਰਮੇਸ਼ਰ ਤਾਂ ਸਰੀਰ ਤੋਂ ਰਹਿਤ ਹੈ, ਫਿਰ ਉਸ ਦਾ ਦਰਸ਼ਨ ਕਿਵੇਂ ਦੇਖਿਆ ਜਾ ਸਕਦਾ ਹੈ? ਗੁਰੂ ਜੀ ਤਾਂ ਲੱਖਾਂ ਜੀਭਾਂ ਮੰਗ ਰਹੇ ਹਨ, ਲੱਖਾਂ ਜੀਭਾਂ ਕੀ ਰੱਬ ਦੇ ਦੇਵੇਗਾ? ਸਰੀਰ ਦੇ ਕਿਹੜੇ ਕਿਹੜੇ ਅੰਗਾਂ ਤੇ ਲੱਖਾਂ ਜੀਭਾਂ ਫਿੱਟ ਕੀਤੀਆਂ ਜਾਣਗੀਆਂ? ਗੁਰੂ ਸਾਹਿਬ ਕਰੋੜਾਂ ਕੰਨ ਮੰਗ ਰਹੇ ਹਨ, ਕੀ ਇਹ ਸੰਭਵ ਹੈ? ਗੁਰੂ ਸਾਹਿਬ ਕਾਲ ਮੌਤ ਨੂੰ ਟਾਲਣਾ ਚਾਹੁੰਦੇ ਹਨ, ਕੀ ਮੌਤ ਤੋਂ ਬਚਿਆ ਜਾ ਸਕਦਾ ਹੈ? ਇਹ ਸਾਰੀਆਂ ਗੱਲਾਂ ਅਸੰਭਵ ਹਨ। ਆਮ ਬੰਦਾ ਤਾਂ ਪੜ੍ਹ ਕੇ ਹੱਸੇਗਾ ਕਿ ਗੁਰੂ ਜੀ ਕੀ ਆਖੀ ਜਾ ਰਹੇ ਹਨ, ਪਰ ਇਹ ਵਿਆਜ ਅਲੰਕਾਰ ਹਨ, ਭਾਵ ਗੱਲ ਨੂੰ ਵਧਾ ਕੇ ਪੇਸ਼ ਕਰਨਾ। ਅੱਗੇ ਤੁਸੀਂ ਸਿਆਣੇ ਹੋ, ਹੋਰ ਖੋਜ ਕਰ ਸਕਦੇ ਹੋ। ਹੁਣ ਇਹ ਤੇ ਭਾਵੇਂ ਹੱਸ ਲਓ, ਭਾਵੇਂ ਗੰਭੀਰਤਾ ਨਾਲ ਸੋਚ ਲਓ, ਇਹ ਕੇਵਲ ਗੱਲਾਂ ਸਮਝਾਉਣ ਵਾਸਤੇ ਨੇ। ਇਸ ਤਰ੍ਹਾਂ ਪ੍ਰੈਕਟੀਕਲ ਤੌਰ ਤੇ ਕਦੇ ਵੀ ਨਹੀਂ ਹੋ ਸਕਦਾ ਕਿ ਲੱਖਾਂ ਜੀਭਾਂ, ਲੱਖਾਂ ਕੰਨ, ਲੱਖਾਂ ਅੱਖਾਂ ਸਾਡੇ ਲੱਗ ਜਾਣ ਸਰੀਰ ਦੇ, ਤੇ ਇਸ ਤਰ੍ਹਾਂ ਨਹੀਂ ਹੋ ਸਕਦਾ। ਆਖੋ ਸਤਨਾਮ। ਹਸਤ ਖੇਲਤ ਤੇਰੇ ਦਿਉਰੇ ਆਇਆ, ਵਿਅੰਗ ਨੰਬਰ 31। ਇਸ ਵਿਅੰਗ ਨੂੰ ਪੜ੍ਹਨ ਤੋਂ ਪਹਿਲਾਂ ਜੋ ਗੁਰਬਾਣੀ ਦਾ ਸ਼ਬਦ ਹੈ 481 ਪੰਨੇ ਦੇ ਉੱਤੇ ਦਰਜ ਹੈ। ਮੈਂ ਪਹਿਲਾਂ ਤੁਹਾਨੂੰ ਹੋਰ ਗੁਰਬਾਣੀ ਦੀਆਂ ਪੰਕਤੀਆਂ ਜੋ ਕਿ ਗਿਆਨਵਾਨ ਬਣਾਉਣ ਵਾਸਤੇ ਸਾਨੂੰ ਅਗਵਾਈ ਦਿੰਦੀਆਂ ਨੇ, ਤੇ ਇਹ ਵੀ ਦੱਸਦੀਆਂ ਨੇ ਕਿ ਜਦੋਂ ਬੰਦੇ ਨੂੰ ਗਿਆਨ ਆ ਜਾਂਦਾ ਹੈ ਉਦੋਂ ਸਾਰੇ ਪਖੰਡ, ਅਗਿਆਨਤਾ, ਜਿਹੜੇ ਗਲਤ ਕੰਮ ਨੇ ਉਹ ਸਾਰਿਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਦੇਖੋ ਭਾਈ ਗਿਆਨ ਕੀ ਆਈ ਆਂधी, ਸਭੈ ਉਡਾਨੀ ਭਰਮ ਕੀ ਟਾਟੀ, ਰਹਿ ਨ ਮਾਇਆ ਬਾਂਦੀ। ਦੇਖੋ ਭਾਈ, ਸਾਡੇ ਕੋਲ ਤਾਂ ਗਿਆਨ ਦੀ ਹਨੇਰੀ ਵਗ ਪਈ ਹੈ, ਤੇ ਜਦੋਂ ਗਿਆਨ ਆ ਗਿਆ ਤੇ ਫਿਰ ਸਾਰਾ ਕੁਝ ਗਿਆਨ ਦੀ ਹਨੇਰੀ 'ਚ ਉੱਡ ਜਾਂਦਾ ਹੈ। ਵਹਿਮ, ਭਰਮ, ਜਾਦੂ, ਮੰਤਰ, ਧਾਗੇ, ਤਵੀਤ, ਤੀਰਥ, ਜਾਤ ਪਾਤ ਆਦਿਕ ਜਿਸਨੇ ਸਮਾਜ ਨੂੰ ਆਪਣੇ ਜਕੜਿਆ ਹੋਇਆ, ਪੁਜਾਰੀ ਦੇ ਆਖਣ ਤੇ ਅਸੀਂ ਗਲਤ ਮਲਤ ਜਿਹੜੇ ਕੰਮ ਕਰੀ ਜਾਂਦੇ ਆ, ਆਪਣੇ ਘਰ ਲੁਟਾਈ ਜਾਂਦੇ ਆ, ਉਹਨਾਂ ਤੋਂ ਸਾਡਾ ਪੂਰੀ ਤਰ੍ਹਾਂ ਛੁਟਕਾਰਾ ਹੋ ਗਿਆ। ਇਹ ਸ਼ਬਦ ਦੇ ਵਿੱਚ ਕਬੀਰ ਜੀ ਸਾਨੂੰ ਇਹੋ ਹੀ ਦੱਸ ਰਹੇ ਨੇ। ਇੱਥੇ ਦੇਖੋ ਭਾਈ ਗਿਆਨ ਕੀ ਆਈ ਆਂधी, ਸਭੈ ਉਡਾਨੀ ਭਰਮ ਕੀ ਟਾਟੀ, ਰਹਿ ਨ ਮਾਇਆ ਬਾਂਦੀ। ਇੱਥੇ ਤਾਂ ਇਹ ਵੀ ਲਿਖਿਆ ਗਿਆਨਾ ਕਾਰਨ ਕਰਮ ਅਭਿਆਸ, ਗਿਆਨ ਭਇਆ ਤਹਿ ਕਰਮੈ ਨਾਸ। ਮਨੁੱਖ ਗਿਆਨ ਹਾਸਲ ਕਰਨ ਦੇ ਵਾਸਤੇ ਹੀ ਤਰ੍ਹਾਂ ਤਰ੍ਹਾਂ ਦੇ
ਉਪਰਾਲੇ ਕਰਦਾ ਹੈ। ਜਦੋਂ ਗਿਆਨ ਹਾਸਲ ਹੋ ਜੇ ਤਾਂ ਉਸ ਤਰ੍ਹਾਂ ਦੇ ਉਪਰਾਲੇ ਕਰਨ ਦੀ ਫਿਰ ਜ਼ਰੂਰਤ ਨਹੀਂ ਰਹਿੰਦੀ। ਤੇ ਜਿਹੜੇ ਗਿਆਨਵਾਨ ਲੋਕ ਨੇ ਕਦੇ ਵੀ ਅਜਿਹੇ ਪੁੱਠੇ ਕੰਮਾਂ ਦੇ ਵਿੱਚ ਉਲਝਦੇ ਨਹੀਂ ਹੁੰਦੇ। ਉਹ ਸਮਾਜ ਦੇ ਕਲਿਆਣ ਵਾਸਤੇ, ਪਰਿਵਾਰ ਦੀ ਸੰਭਾਲ ਵਾਸਤੇ, ਆਪਣੇ ਆਪੇ ਨੂੰ ਉਭਾਰਨ ਵਾਸਤੇ ਕੰਮ ਕਰਦੇ ਨੇ, ਨਾ ਕਿ ਅੱਖਾਂ ਮੀਟ ਕੇ ਚੌਂਕੜੇ ਮਾਰ ਕੇ ਬੈਠਦੇ ਨੇ। ਅਜਿਹਾ ਕੁਝ ਵੀ ਨਹੀਂ ਹੈ। ਇੱਥੇ ਮੈਂ ਇੱਕ ਵਿਅੰਗ ਜਿਹੜਾ ਤੁਹਾਡੇ ਸਾਹਮਣੇ ਰੱਖਣ ਲੱਗਿਆ, ਉਦੋਂ ਪਹਿਲਾਂ ਆਪਾਂ ਸ਼ਬਦ ਪੜ੍ਹਦੇ ਹਾਂ, ਉਸ ਤੋਂ ਬਾਅਦ ਤੁਸੀਂ ਆਪ ਹੈਰਾਨ ਹੋਵੋਗੇ ਕਿ ਕਿੰਨੇ ਕਰਾਰੀਆਂ ਚੋਟਾਂ, ਕਿੰਨੇ ਕਰਾਰੇ ਵਿਅੰਗ ਗੁਰਬਾਣੀ 'ਚ ਕਬੀਰ ਜੀ ਨੇ ਲਾਏ ਨੇ। ਗੁਰਬਾਣੀ ਦੇ ਮਹਾਂਪੁਰਖ ਨੇ ਜਿਹੜੇ ਹੋਰ ਰਚੇਤਾ, ਉਹਨਾਂ ਨੇ ਲਿਖੇ ਨੇ, ਤੇ ਪਰ ਅਸੀਂ ਉਹਨਾਂ ਨੂੰ ਉਸ ਤਰੀਕੇ ਨਾਲ ਸਮਝਿਆ ਨਹੀਂ ਹੈ। ਆਓ ਪਹਿਲਾਂ ਸ਼ਬਦ ਪੜ੍ਹੀਏ। ਪਹਿਲਾਂ ਪੂਤ ਪਛੇ ਰਹਿ ਮਾਈ, ਗੁਰ ਲਾਗੋ ਚੇਲੇ ਕੀ ਪਾਈ। ਏਕ ਅਚੰਭੋ ਸੁਨੋ ਤੁਮ ਭਾਈ, ਦੇਖਤ ਸਿੰਘ ਚਰਾਵਤ गाई। रहाओ जल की मछली तरवर ब्याई, देखत कुतरा ले गई बिलाई। तलैरे बैसा ऊपर सूला, तिसका पेड़ लगे फल फूला। घोरा चर भैंस चरावण जाई, बाहर बैल गोन घर आई। कहत कबीर जो इस पद बूझै, राम रमत तिस सब किछ सूझै। ਹੁਣ ਇੱਥੇ ਆਪਾਂ ਕੇਵਲ ਅੱਖਰੀ ਅਰਥ ਕਰਾਂਗੇ, ਕਿਉਂਕਿ ਭਾਵ ਅਰਥ ਤਾਂ ਮੈਨੂੰ ਪਤਾ ਹੈ ਕਿ ਕੀ ਬਣਦੇ ਨੇ, ਉਹ ਤੁਹਾਨੂੰ ਮੈਂ ਇਸ਼ਾਰੇ ਮਾਤਰ ਦੱਸ ਵੀ ਦਿਆਂਗਾ, ਪਰ ਇਹਦੇ ਅੱਖਰੀ ਅਰਥ ਪਹਿਲਾਂ ਕਰ ਲਈਏ। ਹੇ ਸੰਸਾਰ ਦੇ ਲੋਕੋ, ਧਿਆਨ ਨਾਲ ਸੁਣੋ। ਸਾਰੇ ਪਾਸੇ ਅਜਬ ਤਮਾਸ਼ਾ ਹੋ ਗਿਆ ਹੈ। ਪੁੱਤਰ ਪਹਿਲਾਂ ਜੰਮ ਪਿਆ ਤੇ ਮਾਂ ਨੇ ਮਗਰੋਂ ਜਨਮ ਲਿਆ। ਹੈ ਨਾ ਤਮਾਸ਼ਾ? ਪੁੱਤਰ ਮਾਂ ਤੋਂ ਬਿਨਾਂ ਹੀ ਜੰਮ ਪਿਆ, ਮਾਂ ਮਗਰੋਂ ਆਈ ਹੈ ਤੇ ਪੁੱਤਰ ਪਹਿਲਾਂ ਜੰਮ ਪਿਆ। ਗੁਰੂ ਆਪਣੇ ਚੇਲਿਆਂ ਦੇ ਪੈਰਾਂ ਵਿੱਚ ਸਿਰ ਰੱਖ ਕੇ ਮੱਥਾ ਟੇਕ ਰਿਹਾ ਹੈ। ਇੱਕ ਅਚੰਭੇ ਵਿੱਚ ਪਾਉਣ ਵਾਲੀ ਗੱਲ ਸੁਣੋ। ਆਮ ਹਾਲਤਾਂ ਵਿੱਚ ਸ਼ੇਰ ਗਾਵਾਂ ਨੂੰ ਖਾ ਜਾਂਦਾ ਹੈ, ਪਰ ਇੱਥੇ ਤਾਂ ਸ਼ੇਰ ਗਊਆਂ ਨੂੰ ਘਾਹ ਚਾਰਨ ਲਈ ਫਿਰਦਾ ਹੈ, ਜੰਗਲ ਵਿੱਚ ਲੈ ਕੇ ਜਾਂਦਾ ਹੈ, ਉਹਨਾਂ ਦਾ ਰਾਖਾ ਬਣਿਆ ਫਿਰਦਾ ਹੈ। ਜਲ ਵਿੱਚ ਰਹਿਣ ਵਾਲੀ ਮੱਛੀ ਨੇ ਰੁੱਖ ਤੇ ਆਪਣਾ ਆਲ੍ਹਣਾ ਬਣਾ ਕੇ ਬੱਚਿਆਂ ਨੂੰ ਉੱਪਰ ਜਨਮ ਦੇ ਦਿੱਤਾ ਹੈ। ਬਿੱਲੀ ਕੁੱਤੇ ਨੂੰ ਚੁੱਕ ਕੇ ਦੌੜ ਗਈ, ਭਾਵ ਕਿ ਕੁੱਤਾ ਹਾਰ ਗਿਆ ਤੇ ਬਿੱਲੀ ਉਤੇ ਹਾਵੀ ਹੋ ਗਈ। ਰੁੱਖ ਦੇ ਹੇਠਾਂ ਟਾਹਣੀਆਂ ਹਨ, ਉੱਪਰ ਸੂਲਾਂ ਕੰਡੇ ਜੜਾਂ ਉੱਪਰ ਹਨ, ਵਿਚਕਾਰ ਜੇ ਫਲ ਲੱਗੇ ਹੋਏ ਹਨ। ਕਹਿੰਦੇ ਘੋੜੇ ਤੇ ਸਵਾਰ ਹੋ ਕੇ ਮੱਝਾਂ ਚਾਰਨ ਜਾਂਦੇ ਹਨ। ਕਹਿੰਦੇ ਮੱਝਾਂ ਤੇ ਸਵਾਰ ਹੋ ਕੇ ਘੋੜੇ ਚਾਰਨ ਜਾਂਦੇ ਹਨ। ਬਲਦ ਘਰ ਨਹੀਂ ਆਏ, ਉਹਨਾਂ ਉੱਪਰ ਲੱਦਿਆ ਸਮਾਨ ਘਰ ਪਹੁੰਚ ਗਿਆ ਹੈ। ਕਮਾਲ ਹੈ। ਕਬੀਰ ਆਖਦਾ ਹੈ, ਜੋ ਇਸ ਗੁੰਝਲ ਨੂੰ ਹੱਲ ਕਰ ਦੇਵੇ, ਸਮਝੋ ਉਹ ਸਿਆਣਾ ਪੁਰਖ ਹੈ। ਰਾਮ ਦੇ ਨਾਮ ਬਾਰੇ ਉਸ ਨੂੰ ਛੇਤੀ ਸਮਝ ਆ ਸਕਦੀ ਹੈ। ਪਿਆਰੇ ਪਾਠਕੋ, ਜਿਵੇਂ ਇਸ ਸ਼ਬਦ ਵਿੱਚ ਬਿਆਨ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਕਦੀ ਵਾਪਰ ਸਕਦਾ ਹੈ? ਕਦੀ ਵੀ ਨਹੀਂ। ਇਸ ਸ਼ਬਦ ਨੂੰ ਪੜ੍ਹ ਕੇ ਮਹਾਨ ਵਿਅੰਗਕਾਰ ਕਬੀਰ ਜੀ ਨੂੰ ਬਾਰ-ਬਾਰ ਨਮਸਕਾਰ ਕਰਨਾ ਬਣਦਾ ਹੈ। ਜੇ ਕੇਵਲ ਸ਼ਬਦ ਅਰਥ ਇਸ ਦੇ ਕਰੀਏ ਤਾਂ ਢਿੱਡੀ ਪੀੜਾ ਪਾਉਣ ਵਾਲਾ ਸ਼ਬਦ ਹੈ। ਇਸ ਦੇ ਸਭ ਤੋਂ ਵਧੀਆ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਛਪੀਆਂ ਸ਼ਬਦਾਰਥ ਪੋਥੀਆਂ ਵਿੱਚ ਟੀਕਾਕਾਰ ਪ੍ਰਿੰਸੀਪਲ ਤੇਜਾ ਸਿੰਘ ਵੀ ਇੱਥੇ ਟਪਲਾ ਖਾ ਗਏ ਹਨ। ਇੱਥੇ ਹੀ ਨਹੀਂ, ਬਹੁਤ ਥਾਵੇਂ ਅਰਥਾਂ ਦਾ ਘਾਣ ਕਰਕੇ ਰੱਖ ਦਿੱਤਾ ਹੈ। ਵਿਚਾਰੇ ਸਾਧਾਂ ਸੰਤਾਂ ਦੇ ਟੀਕੇ ਤਾਂ ਹੈ ਹੀ ਬ੍ਰਾਹਮਣੀ ਕਿਸਮ ਦੇ, ਨਾਲੇ ਉਹਨਾਂ ਦੀ ਤਾਂ ਇੰਨੀ ਯੋਗਤਾ ਅਤੇ ਵਿੱਦਿਆ ਹੀ ਨਹੀਂ ਹੁੰਦੀ ਕਿ ਵਧੀਆ ਅਰਥ ਕਰ ਸਕਣ। ਹਾਂ, ਦੇਵੀਆਂ ਦੇਵਤਿਆਂ ਦੀਆਂ ਝੂਠੀਆਂ ਕਹਾਣੀਆਂ ਖੂਬ ਮਸਾਲੇ ਲਾ ਕੇ ਸੁਣਾਉਂਦੇ ਹਨ, ਪਰ ਗੁਰਬਾਣੀ ਦੇ ਸਿਧਾਂਤਾਂ ਤੋਂ ਸਾਰਾ ਕੁਝ ਉਲਟ ਹੁੰਦਾ ਹੈ, ਕਿਉਂਕਿ ਸਾਧਾਂ ਨੂੰ ਇੰਨੀ ਅਕਲ, ਇੰਨੀ ਲਿਆਕਤ, ਇੰਨੀ ਵਿੱਦਿਆ ਹੁੰਦੀ ਹੀ ਨਹੀਂ ਉਹਨਾਂ ਕੋਲੇ। ਪਰ ਜਿਹੜੇ ਸਾਡੇ ਆਮ ਸੰਗਤਾਂ ਅਖਵਾਉਂਦੀਆਂ ਨੇ, ਸਿੱਖ ਨੇ, ਮਾਈ ਭਾਈ ਨੇ, ਉਹ ਇੰਨੇ ਨਿਗਰੇ ਹੋਏ ਨੇ, ਇਹਨਾਂ ਮੂਰਖ ਸਾਧਾਂ ਦੇ ਪੈਰਾਂ 'ਚ ਬੈਠ ਕੇ ਗੱਪ ਕਹਾਣੀਆਂ ਸੁਣਦੇ ਰਹਿੰਦੇ ਨੇ ਤੇ ਸਗੋਂ ਆਪਣਾ ਸਮਾਂ ਅਤੇ ਪੈਸਾ ਬਰਬਾਦ ਕਰਦੇ ਨੇ, ਤੇ ਪਹਿਲਾਂ ਨਾਲੋਂ ਵੀ ਬੁੱਧੀ ਦਾ ਪੱਧਰ ਹੋਰ ਥੱਲੇ ਚਲਾ ਜਾਂਦਾ ਹੈ। ਤੇ ਇਸ ਤਰ੍ਹਾਂ ਲਗਾਤਾਰ ਪੀੜ੍ਹੀ ਦਰ ਪੀੜ੍ਹੀ ਸਾਡੀ ਲੁੱਟ ਹੋਈ ਜਾਂਦੀ ਹੈ ਤੇ ਸਿੱਖ ਸਮਾਜ ਹੋਰ ਗਰਕ ਹੁੰਦਾ ਚਲਾ ਜਾਂਦਾ ਹੈ। ਇਹਨਾਂ ਗੱਲਾਂ ਤੋਂ ਸਾਵਧਾਨ ਹੋਣ ਦੀ ਬਹੁਤ ਜ਼ਰੂਰਤ ਹੈ।
ਉਂਝ ਇਹ ਸ਼ਬਦ ਵੀ ਬਹੁਤ ਵੱਡਾ ਵਿਅੰਗ ਹੈ ਤੇ ਇਹ ਤੇ ਹੱਸਿਆ ਜਾ ਸਕਦਾ ਹੈ। ਤੁਸੀਂ ਵੀ ਹੱਸ ਸਕਦੇ ਹੋ। ਆਖੋ ਸਤਨਾਮ। ਹਸਤ ਖੇਲਤ ਤੇਰੇ ਦਿਹੁਰੇ ਆਇਆ। ਵਿਅੰਗ ਨੰਬਰ 32। ਗੁਰਬਾਣੀ ਨੇ, ਮੈਂ ਬਾਰ-ਬਾਰ ਜ਼ੋਰ ਤਾਂ ਦੇ ਰਿਹਾ ਕਿ ਗੁਰਬਾਣੀ ਨੇ ਸਾਨੂੰ ਗਿਆਨਵਾਨ ਬਣਾਉਣ ਵਾਸਤੇ ਹੀ ਉਪਰਾਲਾ ਕੀਤਾ। ਗੁਰੂ ਸਾਹਿਬਾਨਾਂ ਨੇ ਅਨਪੜ੍ਹਤਾ ਦੇ ਉਸ ਯੁੱਗ ਦੇ ਵਿੱਚ ਸਾਡੇ ਸਾਹਮਣੇ ਪੋਥੀ, ਜਿਹਨੂੰ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਾਂ, ਇਹ ਸੰਭਾਲ ਕੇ ਪਹੁੰਚਾਉਣ ਦਾ ਬਹੁਤ ਵੱਡਾ ਪਰਉਪਕਾਰ ਕੀਤਾ। ਮੂੰਹ ਜ਼ਬਾਨੀ ਦੇ ਜੋ ਉਪਦੇਸ਼ ਨੇ ਉਹਦੇ ਵਿੱਚ ਤਬਦੀਲੀਆਂ ਬਹੁਤ ਸਾਰੀਆਂ ਹੋ ਜਾਂਦੀਆਂ ਨੇ ਤੇ ਆਪਣੀ ਮਰਜ਼ੀ ਦਾ ਹਰ ਕੋਈ ਉਹਨੂੰ ਪੇਸ਼ ਕਰ ਦਿੰਦਾ ਹੈ। ਤੇ ਗੁਰਬਾਣੀ ਇਹ ਸਾਡੇ ਸਾਹਮਣੇ ਲਿਖਤ ਰੂਪ ਦੇ ਵਿੱਚ ਮੌਜੂਦ ਹੈ। ਅਰਥਾਂ ਦੇ ਵਿੱਚ ਤਾਂ ਭੁਲੇਖੇ ਗਲਤੀਆਂ ਅਕਸਰ ਹੁੰਦੀਆਂ ਨੇ ਤੇ ਹੋਣੀਆਂ ਸੁਭਾਵਿਕ ਨੇ, ਪਰ ਵਿਦਵਾਨਾਂ ਦਾ ਫਰਜ਼ ਬਣਦਾ ਹੈ ਕਿ ਗਲਤੀਆਂ ਤੋਂ ਰੋਕਣ ਵਾਸਤੇ ਕੋਈ ਸਾਂਝੀ ਕਮੇਟੀ ਬਣਾ ਕੇ ਇਕਸਾਰਤਾ ਵਾਲੇ, ਜਿਹੜੇ ਅੱਜ ਦੇ ਸਮੇਂ ਵਿੱਚ ਸਾਡੇ ਜੀਵਨ ਨੂੰ ਚੰਗੀ ਸੁਚੱਜੀ ਸੇਧ ਦੇ ਸਕਣ, ਇਹੋ ਜਿਹੇ ਅਰਥ ਕੀਤੇ ਜਾਣ। ਪਰ ਇਸ ਤਰ੍ਹਾਂ ਹਾਲੀ ਤੱਕ ਕੋਈ ਉਪਰਾਲਾ ਸਾਡੀਆਂ ਮੁੱਖ ਜਥੇਬੰਦੀਆਂ ਨੇ ਨਹੀਂ ਕੀਤਾ। ਗੁਰਬਾਣੀ ਤਾਂ ਸਾਨੂੰ ਸਮਝਾ ਰਹੀ ਹੈ, ਗਿਆਨੀਆਂ ਨੂੰ ਸਭ ਸੱਚ ਹੈ, ਸੱਚ ਸੋਝੀ ਹੋਈ, ਉਹ ਭੁਲਾਏ ਨਾ ਕਿਸੇ ਦੇ ਭੁੱਲਣੀ, ਸੱਚ ਜਾਣਨ ਸੋਈ। ਭਾਈ ਜਿਹੜਾ ਸੱਚਮੁੱਚ ਉੱਤਮ ਗਿਆਨ ਵਾਲਾ ਇਨਸਾਨ ਹੁੰਦਾ, ਉਹ ਸੱਚ ਤੇ ਆਧਾਰਿਤ ਕੰਮ ਕਰਦਾ, ਸੱਚ ਤੇ ਆਧਾਰਿਤ ਜੀਵਨ ਜਿਉਂਦਾ, ਝੂਠ, ਫਰੇਬ, ਠੱਗੀ, ਠੋਰੀ ਆਦਿਕ ਬੁਰੇ ਕੰਮਾਂ ਨੂੰ ਆਪਣੇ ਨੇੜੇ ਨਹੀਂ ਫਟਕਣ ਦਿੰਦਾ ਤੇ ਸਮਾਜ ਨੂੰ ਵੀ ਸੁਧਾਰਨ ਦੇ ਵਿੱਚ ਆਪਣਾ ਯੋਗਦਾਨ ਪਾਉਂਦਾ। ਜਿੱਥੇ ਵੀ ਕੋਈ ਗਲਤ ਕੰਮ ਹੁੰਦਾ ਨਜ਼ਰ ਆਉਂਦਾ ਤਾਂ ਉਹ ਆਪਣੀ ਸਮਰੱਥਾ ਅਨੁਸਾਰ ਜ਼ੋਰਦਾਰ ਆਵਾਜ਼ ਉਠਾਉਂਦਾ। ਜੇ ਆਪਾਂ ਇਸ ਤਰ੍ਹਾਂ ਆਵਾਜ਼ ਹੀ ਨਹੀਂ ਉਠਾਵਾਂਗੇ ਤਾਂ ਸੁਧਾਰ ਕਦੇ ਹੋਣਾ ਹੀ ਨਹੀਂ। ਜੇ ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਹੋਰ ਜਿਹੜੇ ਪੁਰਾਤਨ ਸਮਿਆਂ 'ਚ ਬਹੁਤ ਵੱਡੇ ਵੱਡੇ ਮਹਾਂਪੁਰਖ ਜਿਨ੍ਹਾਂ ਨੂੰ ਅਸੀਂ ਅੱਜ ਸਤਿਕਾਰ ਨਾਲ ਯਾਦ ਕਰਦੇ ਹਾਂ, ਜੇ ਉਹ ਸਮੇਂ ਅਨੁਸਾਰ ਆਪਣੀ ਬੁੱਧੀ ਦੀ ਵਰਤੋਂ ਕਰਕੇ ਸਮਾਜ ਨੂੰ ਗਿਆਨਵਾਨ ਨਾ ਬਣਾਉਂਦੇ, ਉਹਨਾਂ ਨੂੰ ਇਸ ਰਾਹ 'ਤੇ ਨਾ ਤੋਰਦੇ, ਆਪ ਚੁੱਪ ਕਰਕੇ ਬੈਠ ਜਾਂਦੇ, ਡਰ ਜਾਂਦੇ ਤੇ ਹਕੂਮਤ ਦੇ ਵਿਰੁੱਧ ਜਾਂ ਪੁਜਾਰੀਆਂ ਦੇ ਵਿਰੁੱਧ ਕੋਈ ਆਵਾਜ਼ ਬੁਲੰਦ ਨਾ ਕਰਦੇ, ਤਾਂ ਅੱਜ ਇਹ ਸੁਧਾਰ ਸਾਡੇ ਸਾਹਮਣੇ ਨਹੀਂ ਹੋਣਾ ਸੀ। ਉਹ ਭਾਵੇਂ ਆਪਣੇ ਸਮੇਂ ਦੇ ਵਿੱਚ ਸੁਧਾਰ ਨੂੰ ਪੂਰੀ ਤਰ੍ਹਾਂ ਸਾਰੇ ਮਹਾਂਪੁਰਖ ਨਹੀਂ ਦੇਖ ਸਕੇ, ਪਰ ਉਹਨਾਂ ਨੇ ਰਾਹ ਉਲੀਕ ਦਿੱਤੇ ਤੇ ਸਮਾਂ ਪਾ ਕੇ ਲੋਕੀ ਉਹਨਾਂ ਦਾ ਸਤਿਕਾਰ ਵੀ ਕਰਦੇ ਨੇ ਤੇ ਉਹਨਾਂ ਰਾਹਾਂ ਨੂੰ ਵੀ ਅਪਣਾ ਲੈਂਦੇ ਨੇ। ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਦੱਸੇ ਜੋ ਢੰਗ ਤਰੀਕੇ ਨੇ ਜ਼ਿੰਦਗੀ ਦੇ, ਉਹ ਜੇ ਆਪਾਂ ਪੜ੍ਹ ਲਈਏ ਤਾਂ ਉਹਨਾਂ ਨੂੰ ਅਪਣਾਉਣਾ ਸਾਡੇ ਵਾਸਤੇ ਫਿਰ ਔਖਾ ਨਹੀਂ, ਪਰ ਪੜ੍ਹਨਾ ਤੇ ਸਮਝਣਾ ਜ਼ਰੂਰੀ ਹੈ। ਗਿਆਨੀਆਂ ਨੂੰ ਸਭ ਸੱਚ ਹੈ, ਸੱਚ ਸੋਝੀ ਹੋਈ। ਜੇ ਗਿਆਨੀਆਂ ਨੂੰ ਸਮਝ ਆ ਜਾਵੇ, ਸੱਚਮੁੱਚ ਦੇ ਗਿਆਨਵਾਨ ਬਣ ਜਾਣ, ਫਿਰ ਕੀ ਹੋਵੇਗਾ? ਉਹ ਭੁਲਾਏ ਨਾ ਕਿਸੇ ਦੇ ਭੁੱਲ ਹੀ, ਸੱਚ ਜਾਣਨ ਸੋਈ। ਉਹਨੂੰ ਕੋਈ ਕੁਰਾਹੇ ਨਹੀਂ ਪਾ ਸਕੇਗਾ, ਫਿਰ ਉਹਨਾਂ ਨੂੰ ਠੱਗ ਨਹੀਂ ਸਕੇਗਾ, ਉਹਨਾਂ ਨੂੰ ਰਾਜਨੀਤਿਕ ਦੌ ਪੇਚਾਂ 'ਚ ਉਲਝਾ ਨਹੀਂ ਸਕੇਗਾ, ਉਹਨਾਂ ਦੇ ਹੱਕਾਂ ਨੂੰ ਲੁੱਟ ਕੇ ਨਹੀਂ ਲਿਜਾ ਸਕੇਗਾ, ਉਹਨਾਂ ਨੂੰ ਅਦਾਲਤਾਂ 'ਚ ਕਦੀ ਭਟਕਣਾ ਨਹੀਂ ਪਵੇਗਾ, ਉਹਨਾਂ ਨੂੰ ਮੈਡੀਕਲ ਦੇ ਬਹਾਨੇ ਧੋਖਾ ਨਹੀਂ ਕੋਈ ਦੇ ਸਕੇਗਾ, ਇਲਾਜ ਦੇ ਬਹਾਨੇ ਲੁੱਟ ਕੇ ਨਹੀਂ ਖਾ ਸਕੇਗਾ, ਧਰਮ ਦੇ ਨਾਂ 'ਤੇ ਕਦੀ ਵੀ ਉਹਨਾਂ ਨੂੰ ਕੋਈ ਲੁੱਟ ਕੇ ਨਹੀਂ ਖਾ ਸਕੇਗਾ। ਉਹਨਾਂ ਨੂੰ ਪਤਾ ਹੋਵੇਗਾ ਕਿ ਸੱਚਾ ਧਰਮ ਕੀ ਹੁੰਦਾ ਹੈ। ਤਾਂ ਇੱਥੇ ਸੱਚਾਈ ਦੇ ਨਾਲ ਨਾਲ ਮੈਂ ਜਿਹੜੇ ਵਿਅੰਗ ਨੇ ਤੁਹਾਡੇ ਸਾਹਮਣੇ ਰੱਖ ਰਿਹਾ ਕਿ ਗੁਰਬਾਣੀ 'ਚ ਜੋ ਹੁਣ ਸ਼ਬਦ ਤੁਹਾਡੇ ਸਾਹਮਣੇ ਮੈਂ ਰੱਖਿਆ ਹੈ 1194 ਪੰਨੇ ਦੇ ਉੱਤੇ ਹੈ, ਜਿਹੜਾ ਕਿ ਕਬੀਰ ਜੀ ਦਾ ਉਚਾਰਨ ਕੀਤਾ ਹੈ। ਜੋਏ ਖਸਮ ਹੈ ਜਾਇਆ, ਪੂਤ ਬਾਪ ਖੇਲਾਇਆ, ਬਿਨ ਸਰਵਣਾ ਖੀਰ ਪਿਲਾਇਆ, ਦੇਖੋ ਲੋਗਾ ਕਲ ਕੋ ਭਾਓ, ਸੁਤ ਮੁਕਲਾਈ ਆਪਣੀ ਮਾਓ ਰਹਾਓ। ਪਗਾਂ ਬਿਨ ਹੁਰੀਆ ਮਾਰਤਾ, ਬਦਨੈ ਬਿਨ ਖਿਰਖਿਰ ਹਾਸਤਾ, ਨਿੰਦਰਾ ਬਿਨ ਨਰ ਪੈ ਸੋਵੈ, ਬਿਨ ਬਾਸਨ ਖੀਰ ਬਿਲੋਵੈ, ਬਿਨ ਅਸਥਨ ਗਊ ਲਵੇਰੀ, ਪੈਂਡੇ ਬਿਨ ਬਾਟ ਕਨੇਰੀ, ਬਿਨ ਸਤਗੁਰ ਬਾਟ ਨ ਪਾਈ, ਕਹੋ ਕਬੀਰ ਸਮਝਾਈ, ਬਿਨ ਸਤਗੁਰ ਬਾਟ ਨ ਪਾਈ, ਕਹੋ ਕਬੀਰ ਸਮਝਾਈ। ਇਹਦੇ ਆਪਾਂ ਕੇਵਲ ਅੱਖਰੀ ਅਰਥ ਕਰ ਰਹੇ ਹਾਂ, ਭਾਵ ਅਰਥ ਤਾਂ ਹੋਰ ਨੇ, ਪਰ ਅੱਖਰੀ ਅਰਥ ਕਰਕੇ ਮੈਂ ਤੁਹਾਨੂੰ ਵਿਅੰਗ ਰੂਪ 'ਚ ਤੁਹਾਡੇ ਸਾਹਮਣੇ ਰੱਖ ਰਿਹਾ ਕਿ ਕਿਹੋ ਜਿਹੇ ਵਿਅੰਗ ਕੀਤੇ ਗਏ ਨੇ ਗੁਰਬਾਣੀ ਦੇ ਵਿੱਚ ਕਿ ਭਾਈ ਸੱਚੀ ਮੁੱਚੀ ਇਨਸਾਨ ਬਣ ਜਾ, ਕਿਤੇ
ਅੱਖੀਂ ਪਲਾਈ ਟੱਕਰਾਂ ਮਾਰਦਾ ਨਾ ਫਿਰ, ਸਹੀ ਰਾਹ ਦੀ ਭਾਲ ਕਰ ਲੈ। ਜੋ ਇਹ ਖਸਮ ਹੈ ਜਾਇਆ, ਇੱਥੇ ਤਾਂ ਬੜਾ ਉਲਟਾ ਕੰਮ ਹੋਇਆ ਪਿਆ। ਕੀ ਆਪਾਂ ਇਹਨਾਂ ਨੂੰ ਇਸੇ ਤਰੀਕੇ ਮੰਨ ਲਵਾਂਗੇ? ਪਤਨੀ ਨੇ ਪਤੀ ਨੂੰ ਜਨਮ ਦੇ ਦਿੱਤਾ, ਪੂਤ ਬਾਪ ਖਿਲਾਇਆ। ਪੁੱਤਰ ਨੇ ਬਾਪ ਨੂੰ ਗੋਦੀ ਚੁੱਕ ਲਿਆ, ਘਨੇੜੇ ਬਿਠਾ ਲਿਆ ਤੇ ਆਪਣੇ ਪਿਤਾ ਨੂੰ ਪੁੱਤਰ ਖਿਲਾਉਂਦਾ ਫਿਰਦਾ ਹੈ। ਭਾਵ ਕਿ ਪੁੱਤਰ ਜਵਾਨ ਹੈ ਤੇ ਪਿਤਾ ਹਾਲੇ ਹੁਣੇ ਜੰਮੇ ਹੈ, ਨਿੱਕਾ ਬਾਲਕ ਹੈ। ਬਿਨ ਸਰਵਣਾ ਖੀਰ ਪਿਲਾਇਆ, ਕੰਨਾਂ ਤੋਂ ਬਿਨਾ ਬੜੇ ਮਿੱਠੇ ਬੋਲ, ਸੰਗੀਤ, ਆਵਾਜ਼ਾਂ, ਗੀਤ ਬੰਦੇ ਨੇ ਉਹ ਸੁਣ ਲਏ, ਪਰ ਕੰਨ ਹੈ ਹੀ ਕੋਈ ਨਹੀਂ ਉਹਦੇ। ਦੇਖੋ ਲੋਗਾ ਕਲ ਕੋ ਭਾਓ, ਹੇ ਭਾਈ ਇਹ ਕਲਯੁਗ ਦੇ ਸਮੇਂ ਦਾ ਸੁਣ ਲਓ ਮੇਰੇ ਤੋਂ ਕੀ ਹਾਲ ਹੈ ਤੇ ਆਲੇ ਦੁਆਲੇ ਕੀ ਵਾਪਰ ਰਿਹਾ। ਦੇਖੋ ਲੋਗਾ ਕਲ ਕੋ ਭਾਓ, ਸੁਤ ਮੁਕਲਾਈ ਆਪਣੀ ਮਾਓ ਰਹਾਓ। ਪੁੱਤਰ ਨੇ ਇਸ ਕਲਯੁਗ ਦੇ ਜ਼ਮਾਨੇ ਵਿੱਚ ਆਪਣੀ ਮਾਂ ਨਾਲ ਹੀ ਵਿਆਹ ਕਰਾ ਲਿਆ, ਮਾਂ ਆਪਣੀ ਵਿਆਹ ਕੇ ਲੈ ਆਂਦੀ। ਪਗਾਂ ਬਿਨ ਹੁਰੀਆ ਮਾਰਤਾ, ਬਦਨੈ ਬਿਨ ਖਿਰਖਿਰ ਹਾਸਤਾ। ਪੈਰ ਹੈ ਕੋਈ ਨਹੀਂ ਤੇ ਲੱਤਾਂ ਮਾਰਦਾ ਬੰਦਾ, ਟਪੂਸੀਆਂ ਮਾਰਦਾ ਤੇ ਉਹਦਾ ਮੂੰਹ ਹੈ ਨਹੀਂ ਤੇ ਹੱਸੀ ਜਾ ਰਿਹਾ ਹੈ। ਨਿੰਦਰਾ ਬਿਨ ਨਰ ਪੈ ਸੋਬੈ, ਬਿਨ ਬਾਸਨ ਖੀਰ ਬਿਲੋਬੈ। ਬਿਨ ਅਸਤਨ ਗਊ ਲਬੇਰੀ, ਪੈਂਡੇ ਬਿਨ ਬਾਟ ਕਨੇਰੀ। ਬਿਨ ਸਤਗੁਰ ਬਾਟ ਨ ਪਾਈ, ਕਹੋ ਕੀਰ ਕਬੀਰ ਸਮਝਾਈ। ਹੇ ਭਾਈ, ਪਤਨੀ ਨੇ ਆਪਣੇ ਪਤੀ ਨੂੰ ਜਨਮ ਦੇ ਦਿੱਤਾ, ਪੁੱਤਰ ਆਪਣੇ ਬਾਲਕ ਪਿਤਾ ਨੂੰ ਕੁੱਛੜ ਚੱਕ ਕੇ ਖਿਲਾਉਂਦਾ ਫਿਰਦਾ ਹੈ, ਬਗੈਰ ਕੰਨਾਂ ਤੋਂ ਮਿੱਠੇ ਬੋਲ, ਗੀਤ ਵਗੈਰਾ ਸੁਣ ਰਿਹਾ ਹੈ। ਹੇ ਲੋਕੋ, ਵੇਖੋ ਕਲਯੁਗ ਆ ਗਿਆ। ਪੁੱਤਰ ਨੇ ਆਪਣੀ ਮਾਂ ਨਾਲ ਹੀ ਵਿਆਹ ਕਰਵਾ ਲਿਆ। ਪੈਰ ਨਹੀਂ ਹਨ ਪਰ ਬੰਦਾ ਛਾਲਾਂ ਮਾਰੀ ਜਾਂਦਾ, ਮੂੰਹ ਤੋਂ ਬਿਨਾਂ ਖਿੜਖਿੜ ਹੱਸੀ ਜਾਂਦਾ, ਨੀਂਦ ਤੋਂ ਬਿਨਾਂ ਹੀ ਸੁੱਤਾ ਪਿਆ ਹੈ, ਭਾਂਡੇ ਤੋਂ ਬਗੈਰ ਦਹੀਂ ਨੂੰ ਰਿੜਕ ਰਿਹਾ ਹੈ। ਦੁੱਧ ਵਾਸਤੇ ਗਾਵਾਂ ਮੱਝਾਂ ਦੇ ਥਣ ਚਾਹੀਦੇ ਨੇ, ਪਰ ਇੱਥੇ ਤਾਂ ਥਣਾਂ ਤੋਂ ਬਿਨਾਂ ਹੀ ਦੁੱਧ ਆਈ ਜਾਂਦਾ। ਗਊ ਲਵੇਰੀ ਹੈ, ਦੁਧਾਰੂ ਹੈ, ਪਰ ਉਹਦੇ ਥਣ ਤਾਂ ਹੈ ਹੀ ਨਹੀਂ। ਸਫ਼ਰ ਬਹੁਤ ਕਰ ਲਿਆ ਪਰ ਕਿਤੇ ਪਹੁੰਚੇ ਹੀ ਨਹੀਂ। ਜ਼ਿੰਦਗੀ ਦਾ ਸਹੀ ਰਸਤਾ ਗੁਰੂ ਨੂੰ ਮਿਲ ਕੇ ਹੀ ਲੱਭਦਾ ਹੈ। ਇਹ ਗੋਝ ਗੱਲਾਂ ਕਬੀਰ ਸਮਝਾ ਰਿਹਾ ਹੈ। ਗੁਰਸਿੱਖੋ, ਜਰਾ ਆਪਣੇ ਗਿਆਨ ਦੁਆਰਾ ਇਹਨਾਂ ਸ਼ਬਦਾਂ ਨੂੰ ਦੁਬਾਰਾ ਪੜ੍ਹੋ। ਅਗਰ ਤੁਹਾਨੂੰ ਸਮਝ ਆ ਗਈ ਤਾਂ ਹੱਸੇ ਬਿਨਾਂ ਤੁਸੀਂ ਰਹਿ ਨਹੀਂ ਸਕੋਗੇ। ਕਬੀਰ ਜੀ ਨੇ ਕਠੋਰ ਵਿਅੰਗ ਕੀਤੇ ਹਨ। ਇਹਨਾਂ ਸ਼ਬਦਾਂ ਦੇ ਅਰਥ ਕਰਦਿਆਂ ਇਹੀ ਕਹਿ ਕੇ ਸਾਰ ਲਿਆ ਜਾਂਦਾ ਹੈ ਕਿ ਰੱਬ ਸਭ ਕੁਝ ਕਰਨ ਦੇ ਸਮਰੱਥ ਹੈ, ਜਦੋਂ ਕਿ ਅਕਾਲ ਪੁਰਖ ਆਪਣੇ ਬਣਾਏ ਨਿਯਮਾਂ ਨੂੰ ਕਦੀ ਨਹੀਂ ਤੋੜਦਾ, ਕਦੀ ਨਹੀਂ ਬਦਲਦਾ। ਇਸੇ ਵਿਸ਼ਵਾਸ ਕਾਰਨ ਵਿਗਿਆਨੀ ਹਜ਼ਾਰਾਂ ਸਾਲ ਮਗਰੋਂ ਭਵਿੱਖ ਵਿੱਚ ਵੀ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਦੱਸ ਦਿੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੁਦਰਤ ਆਪਣੇ ਅਸੂਲ ਨਹੀਂ ਬਦਲਦੀ। ਸੂਰਜ, ਚੰਦ, ਤਾਰੇ, ਧਰਤੀ ਆਦਿ ਆਪਣੇ ਬੱਝਵੇਂ ਅਸੂਲ ਵਿੱਚ ਕੰਮ ਕਰ ਰਹੇ ਹਨ। ਇਹਨਾਂ ਸ਼ਬਦਾਂ ਨੂੰ ਭਾਵ ਅਰਥਾਂ ਵਿੱਚ ਸਮਝਣਾ ਪਵੇਗਾ, ਪਰ ਅਸੀਂ ਤਾਂ ਕੁਝ ਵੀ ਸਮਝ ਹੀ ਨਹੀਂ ਸਕੇ। ਫਿਰ ਇਹ ਸ਼ਬਦ ਨੂੰ ਵੀ ਇੱਕ ਵਿਅੰਗ ਦੇ ਵਿੱਚ ਹੀ ਆਪਾਂ ਲੈ ਲਈਏ। ਆਓ ਆਪਾਂ ਠਾਕ ਕੇ ਮਾਰ ਕੇ ਹੱਸੀਏ ਕਿ ਇੱਕ ਛੋਟਾ ਜਿਹਾ ਬਾਪ ਹੈ ਤੇ ਪੁੱਤਰ ਉਹਦਾ ਜਵਾਨ ਹੈ, ਤੇ ਪੁੱਤਰ ਬਾਪ ਨੂੰ ਗੋਦੀ ਚੁੱਕੀ ਫਿਰਦਾ ਹੈ, ਤੇ ਪੁੱਤਰ ਆਪਣੀ ਮਾਂ ਨਾਲ ਵਿਆਹ ਕਰਵਾ ਲੈਂਦਾ ਹੈ। ਇਹ ਗੱਲਾਂ ਤੇ ਤਾਂ ਫਿਰ ਹੱਸੀ ਜਾ ਸਕਦਾ ਨਾ, ਠਾਕ ਕੇ ਲਗਾਈਏ, ਹੱਸੀਏ। ਤੇ ਇਹੋ ਜਿਹੇ ਵਿਅੰਗ ਗੁਰਬਾਣੀ 'ਚ ਬਹੁਤ ਕੀਤੇ ਗਏ ਨੇ ਜਿਹੜੇ ਕਿ ਆਪਾਂ ਸਮਝੇ ਹੀ ਨਹੀਂ। ਫਿਰ ਆਖੋ ਸਤਨਾਮ।